ਸੰਗਰੂਰ ਲੋਕ ਸਭਾ ਅਸੈਂਬਲੀ ਚੋਣ ਦੇ ਲਈ ਥੋੜੀ ਦੇਰ ਦੇ ਵਿੱਚ ਸ਼ੁਰੂ ਹੋਏਗੀ ਵੋਟਿੰਗ। ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ। 1766 ਪੋਲਿੰਗ ਬੂਥ ਤੇ ਵੋਟ ਹੱਕ ਦਾ ਇਸਤੇਮਾਲ ਕਰਨਗੇ ਲੋਕ। ਜ਼ਿਮਨੀ ਚੋਣ ਨੂੰ ਲੈ ਕੇ ਪੁਖਤਾ ਇੰਤਜ਼ਾਮ। 7000 ਤੋਂ ਵੱਧ ਦਾ ਚੋਣ ਅਮਲਾ ਨਿਭਾ ਰਿਹਾ ਡਿਊਟੀ। ਕਰੀਬ 6700 ਸੁਰੱਖਿਆ ਕਰਮਚਾਰੀਆਂ ਦਾ ਰਹੇਗਾ ਪਹਿਰਾ। ਸੰਗਰੂਰ ਚ ਦਾਅ ਤੇ ਲੱਗੀ ਸਿਆਸੀ ਧਿਰਾਂ ਦੀ ਸਾਖ। ਆਪ ਅੱਗੇ ਕਿਲਾ ਬਚਾਉਣ ਦੀ ਚੁਣੌਤੀ ਤਾਂ ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਦੇ ਲਈ ਵਕਾਰ ਦਾ ਸਵਾਲ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਚੋਣ ਕਮਿਸ਼ਨ ਨੂੰ ਭੇਜੀ ਸ਼ਿਕਾਇਤ। ਕਿਹਾ ਮੇਰੇ ਨਾਮ ਤੇ ਜਾਰੀ ਕੀਤੀ ਗਈ ਫਰਜ਼ੀ ਚਿੱਠੀ। ਸਖਤ ਕਾਰਵਾਈ ਦੀ ਕੀਤੀ ਮੰਗ। ਚਿੱਠੀ ਦੇ ਵਿੱਚ ਮਾਨ ਦੇ ਚੋਣ ਮੈਦਾਨ ਤੋਂ ਪਿੱਛੇ ਹਟਣ ਦੀ ਸੀ ਗੱਲ। ਸਿੱਧੂ ਮੂਸੇਵਾਲਾ ਨੂੰ ਘਰ ਦੇ ਵਿੱਚ ਵੜ ਕੇ ਕਤਲ ਕਰਨ ਦੀ ਵੀ ਸੀ ਪਲੈਨਿੰਗ। ਸੁਰੱਖਿਆ ਦੇ ਨਾਲ ਹੁੰਦੀ ਤਾਂ ਉਸ ਦੇ ਲਈ ਵੱਖਰਾ ਸੀ ਪਲਾਨ। ਦਿੱਲੀ ਸਪੈਸ਼ਲ ਸੈੱਲ ਦੇ ਸੀਪੀ ਐਚਜੀਐਸ ਤਾਲੀਵਾਲ ਨੇ ਨਿਊਜ਼ 18 ਤੇ ਕੀਤਾ ਖੁਲਾਸਾ। ਬੋਲੇ 6 ਮਹੀਨਿਆਂ ਦੇ ਵਿੱਚ 8-9 ਵਾਰ ਕੀਤੀ ਗਈ ਸੀ ਰੇਕੀ। ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਵਰਤੇ ਹਥਿਆਰ ਅਜੇ ਨਹੀਂ ਹੋਏ ਬਰਾਮਦ। ਸਿਰਫ ਰਿਜ਼ਰਵ ਹਥਿਆਰ ਹੀ ਮਿਲੇ। ਐਚਜੀਐਸ ਤਾਲੀਵਾਲ ਬੋਲੇ ਕਤਲ ਲਈ ਵਰਤੀ ਰਾਈਫਲ ਲੈ ਗਿਆ ਮਨਪ੍ਰੀਤ ਮੰਨੂ। ਪੰਜਾਬ ਪੁਲਿਸ ਦੇ ਖਿਲਾਫ ਸੁਪਰੀਮ ਕੋਰਟ ਜਾਣ ਦੀ ਤਿਆਰੀ ਦੇ ਵਿੱਚ ਲਾਰੈਂਸ ਬਿਸ਼ਨੋਈ। ਵਕੀਲ ਨੇ ਲਗਾਇਆ ਟਾਰਚਰ ਕਰਨ ਦਾ ਇਲਜ਼ਾਮ ਕਿ ਅਦਾਲਤ ਦੇ ਹੁਕਮਾਂ ਦੀ ਨਹੀਂ ਹੋ ਰਹੀ ਪਾਲਣਾ। ਕਤਲ ਤੋਂ ਬਾਅਦ ਅੱਜ ਆਵੇਗਾ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ SYL। ਸ਼ਾਮ 6 ਵਜੇ ਹੋਵੇਗਾ ਰਿਲੀਜ਼। ਮੂਸੇਵਾਲਾ ਦੀ ਟੀਮ ਨੇ ਸਾਂਝਾ ਕੀਤਾ ਪੋਸਟਰ। ਕਰਨਾਲ ਵਿਸਫੋਟਕ ਸਮੱਗਰੀ ਮਾਮਲੇ ਦੇ ਵਿੱਚ NIA ਦੀ ਵੱਡੀ ਕਾਰਵਾਈ। ਲੁਧਿਆਣਾ, ਫਿਰੋਜ਼ਪੁਰ ਤੇ ਗੁਰਦਾਸਪੁਰ ਸਣੇ ਪੰਜਾਬ ਦੇ 7 ਥਾਵਾਂ ਤੇ ਕੀਤੀ ਰੇਡ। ਤਲਾਸ਼ੀ ਦੌਰਾਨ ਅੱਤਵਾਦੀ ਰਿੰਦਾ ਦੇ ਨਾਲ ਸੰਬੰਧਿਤ ਦਸਤਾਵੇਜ਼ ਜ਼ਬਤ। ਅੱਜ ਮੁੜ ਤੋਂ ਹੜਤਾਲ ਤੇ ਪਨਬਸ ਤੇ PRTC ਦੇ ਕੱਚੇ ਮੁਲਾਜ਼ਮ। 12 ਵਜੇ ਤੋਂ ਬਾਅਦ ਕਰਨਗੇ ਚੱਕਾ ਜਾਮ। 2 ਮਹੀਨੇ ਤੋਂ ਨਹੀਂ ਮਿਲੀ ਤਨਖਾਹ। ਸਰਹੱਦ ਤੇ ਤੈਨਾਤ ਪੰਜਾਬ ਦਾ ਨੌਜਵਾਨ ਸਵਰਨਜੀਤ ਸਿੰਘ ਸ਼ਹੀਦ ਖੰਨਾ ਦੇ ਪਿੰਡ ਸਲੌਦੀ ਸਿੰਘਾ ਦਾ ਸੀ ਰਹਿਣ ਵਾਲਾ। ਪਿੰਡ ਦੇ ਵਿੱਚ ਸੋਗ ਦੀ ਲਹਿਰ। ਸਤਿ ਸ਼੍ਰੀ ਅਕਾਲ, ਮੈਂ ਅਰਦੀਪ ਸੰਧੂ। ਮੇਰੇ ਨਾਲ ਨੇ ਮੇਰੇ ਸਹਿਯੋਗੀ ਗੁਰਜੋਤ ਸੰਧੂ। ਅੱਜ ਫੈਸਲੇ ਦਾ ਦਿਨ ਹੈ। ਸੰਗਰੂਰ ਜ਼ਿਮਨੀ ਚੋਣ ਦਾ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਣੀ ਹੈ। 8 ਵੱਜ ਚੁੱਕੇ ਨੇ, ਯਾਨੀ ਕਿ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਆਪਣੇ ਘਰਾਂ ਚੋਂ ਵੋਟਰ ਬਾਹਰ ਨਿਕਲਣ ਤੇ ਵੋਟ ਪਾਉਣ, ਕਿਉਂਕਿ ਫੈਸਲਾ ਤੁਹਾਡੇ ਹੱਥ ਦੇ ਵਿੱਚ ਹੈ। 5 ਕੋਣੀ ਮੁਕਾਬਲਾ ਹੈ ਸੰਗਰੂਰ ਦੇ ਵਿੱਚ। ਕੀ ਆਮ ਆਦਮੀ ਪਾਰਟੀ ਵਾਪਸ ਜਿੱਤ ਹਾਸਲ ਕਰ ਸਕੇਗੀ ਇਸ ਸੀਟ ਦੇ ਉੱਤੇ, ਜਾਂ ਫਿਰ ਕਿਸੇ ਹੋਰ ਦੇ ਹੱਕ ਦੇ ਵਿੱਚ फैसला सुनाउणगे संगरूर दे लोग। बिल्कुल संगरूर दा संग्राम है और शाम 6 बजे तक वोटां पैणियां ने। पर दस दे कि 8 बजे ठीक वोटिंग जिहड़ी शुरू होएगी और वोटिंग शुरू हो चुकी है। इस वेले दी वड्डी खबर, यानी कि अहम फैसला जिहड़ा लोकां दे वल्लों सुनाया जाना है, उस नूं लैके प्रक्रिया शुरू हो चुकी है। सुरक्षा दे विच 6700 पुलिस मुलाजम तैनात कर दित्ते गए ने। वोट पा रहे हैं संगरूर। शुरुआत हो चुकी है वोटिंग दी। तां शुरुआत दे विच ही लोकां नूं भी अपील कर दईए कि अपने वोट हक दा इस्तेमाल जरूर कीता जावे, क्योंकि बेशक जिमनी चोण है पर एक सीट जिहड़ी है वो लोकां दे लई बहुत अहम ਹੁੰਦੀ ਹੈ। ਆਪਣੇ ਪਸੰਦੀਦਾ ਕੈਂਡੀਡੇਟ ਨੂੰ, ਆਪਣੀ ਪਸੰਦੀਦਾ ਪਾਰਟੀ ਨੂੰ ਜਿਹੜਾ ਹੈ ਜਦੋਂ ਚੁਣਿਆ ਜਾਂਦਾ ਤਾਂ ਇੱਕ ਵੱਡਾ ਮਾਣ ਹੁੰਦਾ ਹੈ ਕਿ ਆਖਰਕਾਰ ਵੋਟ ਦਾ ਭੁਗਤਾਨ ਕੀਤਾ ਤਾਂ ਸਾਡੇ ਲਈ ਕੰਮ ਜਿਹੜੇ ਨੇ ਉਹ ਕੀਤੇ ਜਾਣ। ਸੋ ਕਿਤੇ ਨਾ ਕਿਤੇ ਇਹ ਮੁਕਾਬਲਾ ਦਿਲਚਸਪ ਮੁਕਾਬਲਾ ਕਹਿ ਸਕਦੇ ਹਾਂ, ਕਿਉਂਕਿ ਪੰਚਕੋਣਾ ਮੁਕਾਬਲਾ ਹੈ। ਖਾਸ ਤੌਰ ਤੇ ਦੋ ਚਿਹਰੇ ਤੇ ਵੀ ਨਜ਼ਰ ਆਏ। ਇੱਕ ਪਾਸੇ ਸਿਮਰਨਜੀਤ ਮਾਨ ਤੇ ਦੂਸਰੇ ਪਾਸੇ ਕਮਲਦੀਪ ਕੌਰ ਜੋ ਕਿ ਰਾਜਵਾਨਾ ਦੇ ਭੈਣ ਨੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਤੇ ਕਿਉਂਕਿ ਲਗਾਤਾਰ 2 ਵਾਰ ਤੋਂ ਜਿੱਤ ਹਾਸਲ ਹੋ ਰਹੀ ਹੈ ਤਾਂ ਹੁਣ ਤੀਸਰੀ ਵਾਰ ਹੈਟ੍ਰਿਕ ਦਾ ਵੀ ਦਾਅਵਾ ਕੀਤਾ ਜਾ ਰਿਹਾ ਤੇ ਉਧਰ ਕਾਂਗਰਸ ਦਾ ਦਾਅਵਾ ਹੈ ਕਿ ਸਿੱਧੂ ਮੂਸੇਵਾਲਾ ਕਤਲकांड ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਵਿੱਚ ਰੋਸ ਹੈ ਤਾਂ ਕਾਂਗਰਸ ਦੀ ਹੀ ਜਿੱਤ ਹਾਸਲ ਹੋਏਗੀ। ਸੋ ਵੱਡੀ ਖਬਰ ਹੈ ਇਸ ਵੇਲੇ ਦੀ ਹੈ ਕਿ ਸ਼ੁਰੂਆਤ ਹੋ ਚੁੱਕੀ ਹੈ ਵੋਟਿੰਗ ਦੀ। बिल्कुल, तो वोटिंग की शुरुआत हो चुकी है। ਜਿਹੜੇ ਉਮੀਦਵਾਰ ਨੇ, ਚੋਣਾਂ ਦੇ ਜਿਹੜੇ ਉਮੀਦਵਾਰ ਨੇ ਉਹ ਵੀ ਥੋੜੀ ਦੇਰ ਦੇ ਵਿੱਚ ਆਪਣੇ ਪਰਿਵਾਰਾਂ ਸਮੇਤ ਵੋਟ ਹੱਕ ਦਾ ਇਸਤੇਮਾਲ ਕਰਦੇ ਨਜ਼ਰ ਆਉਣਗੇ। ਤਸਵੀਰਾਂ ਵੱਖੋ ਵੱਖਰੀਆਂ ਅਸੀਂ ਨਿਊਜ਼ 18 ਪੰਜਾਬ ਦੇ ਉੱਤੇ ਹਰ ਇੱਕ ਤਸਵੀਰ ਆਪਣੇ ਦਰਸ਼ਕਾਂ ਨੂੰ ਵਿਖਾਵਾਂਗੇ। ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਵੇਲੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਅਪੀਲ ਜੋ ਸੰਗਰੂਰ ਦੇ ਵੋਟਰ ਨੇ ਕਿ ਆਪਣੇ ਘਰ ਤੋਂ ਬਾਹਰ ਨਿਕਲੋ। ਡੈਮੋਕ੍ਰੇਸੀ ਦੇ ਵਿੱਚ ਸਭ ਤੋਂ ਵੱਡਾ ਹੱਕ ਹੁੰਦਾ ਹੈ, ਸਭ ਤੋਂ ਵੱਡਾ ਹੱਕ ਜਿਸ ਦਾ ਤੁਸੀਂ ਇਸਤੇਮਾਲ ਕਰਦੇ ਹੋ ਆਪਣੇ ਪਸੰਦੀਦਾ ਕੈਂਡੀਡੇਟ ਨੂੰ ਲੋਕ ਸਭਾ ਦੇ ਭੇਜਣ ਦੇ ਲਈ ਜਾਂ ਫਿਰ ਵਿਧਾਨ ਸਭਾ ਦੇ ਵਿੱਚ ਭੇਜਣ ਦੇ ਲਈ ਤੁਸੀਂ ਇਸ ਹੱਕ ਦਾ ਇਸਤੇਮਾਲ ਕਰਦੇ ਹੋ। ਤਾਂ ਅੱਜ ਉਹ ਦਿਨ ਹੈ ਜਿਸ ਦਿਨ ਤੁਸੀਂ ਇਸ ਹੱਕ ਦਾ ਇਸਤੇਮਾਲ ਕਰੋਗੇ ਤੇ ਆਪਣੇ ਪਸੰਦੀਦਾ ਕੈਂਡੀਡੇਟ ਨੂੰ ਜਾਂ ਫਿਰ ਆਪਣੀ ਪਸੰਦ
ਪਸੰਦੀਦਾ ਪਾਰਟੀ ਨੂੰ ਇਹ ਮੌਕਾ ਦਵੋਗੇ ਕਿ ਲੋਕ ਸਭਾ ਦੇ ਵਿੱਚ ਉਹਨਾਂ ਦਾ ਕੈਂਡੀਡੇਟ ਪਹੁੰਚੇ। ਆਮ ਆਦਮੀ ਪਾਰਟੀ ਦੇ ਵੱਲੋਂ ਗੁਰਮੇਲ ਸਿੰਘ ਚੋਣ ਮੈਦਾਨ ਦੇ ਵਿੱਚ ਨੇ, ਕਾਂਗਰਸ ਦੇ ਵੱਲੋਂ ਦਲਵੀਰ ਗੋਲਡੀ ਚੋਣ ਮੈਦਾਨ ਦੇ ਵਿੱਚ ਨੇ, ਬੀਜੇਪੀ ਦੇ ਵੱਲੋਂ ਕੇਵਲ ਢਿੱਲੋਂ ਚੋਣ ਮੈਦਾਨ ਦੇ ਵਿੱਚ ਨੇ, ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਮਲਦੀਪ ਕੌਰ ਰਾਜੋਆਣਾ ਤੇ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਚੋਣ ਮੁਕਾਬਲੇ ਦੇ ਵਿੱਚ ਨੇ। ਸਖਤ ਟੱਕਰ ਜ਼ਰੂਰ ਨਜ਼ਰ ਆ ਰਹੀ ਹੈ ਗੁਰਜੋਤ, ਲੇਕਿਨ ਕਿਸ ਦੇ ਹੱਕ ਦੇ ਵਿੱਚ ਫੈਸਲਾ ਹੋਏਗਾ ਇਹ 26 ਜੂਨ ਨੂੰ ਸਾਹਮਣੇ ਆਏਗਾ। ਬਿਲਕੁਲ, ਖਾਸ ਤੌਰ ਤੇ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਦੱਸ ਦਈਏ ਕਿ VOTING ਜਿਹੜੀ ਸ਼ੁਰੂ ਹੋ ਚੁੱਕੀ ਹੈ ਔਰ ਲਗਾਤਾਰ ਗ੍ਰਾਫਿਕ ਦੇ ਜ਼ਰੀਏ ਤੁਹਾਨੂੰ ਚੌ ਪਾਸੇ ਸਕਰੀਨ ਤੇ ਜਿਹੜਾ ਵਿਖਾ ਰਿਹਾ ਕਿ ਅਰਸ਼ਦ ਕਿੰਨਾ ਜਿਹੜਾ ਪਿਛਲਾ ਇਤਿਹਾਸ ਦੀ ਗੱਲ ਕੀਤੀ ਜਾਵੇ, ਕਿਸ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਸੀ, ਕਿੰਨੀਆਂ ਵੋਟਾਂ ਦੇ ਨਾਲ ਜਿੱਤ ਹਾਸਲ ਹੋਈ ਸੀ, ਖਾਸ ਤੌਰ ਤੇ ਡਿਫਰੈਂਸ ਜਿਹੜਾ ਉਹ ਵੀ ਗ੍ਰਾਫਿਕ ਦੇ ਜ਼ਰੀਏ ਲਗਾਤਾਰ ਵਿਖਾ ਰਿਹਾ ਕਿ ਕਿੰਨਾ ਵੋਟ ਪ੍ਰਤੀਸ਼ਤ ਕਿਹੜੀ ਪਾਰਟੀ ਦਾ ਪਿਛਲੇ ਸਾਲ ਦੇ ਮੁਕਾਬਲੇ ਯਾਨੀ ਕਿ 2014 ਦੇ ਵਿੱਚ ਕਿੰਨਾ ਹਾਸਲ ਕੀਤਾ ਤਾਂ 2019 ਦੇ ਵਿੱਚ ਆ ਕੇ ਕਿੰਨਾ ਹਾਸਲ ਕੀਤਾ। ਵੱਡੇ ਅਸਰ ਦੀ ਗੱਲ ਕਰੀਏ 10% ਜਿਹੜਾ ਉਹ ਕਾਂਗਰਸ ਦਾ ਵੋਟ ਸ਼ੇਅਰ ਜਿਹੜਾ ਉਹ ਵਧਿਆ ਸੀ 2019 ਦੇ ਵਿੱਚ 2014 ਦੇ ਮੁਕਾਬਲੇ, ਪਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ 5-7% ਹੀ ਕਹਿ ਸਕਦੇ ਆ ਕਿ ਵੋਟ ਦੇ ਸ਼ੇਅਰ ਦੇ ਵਿੱਚ ਫਰਕ ਆਇਆ ਸੀ। ਪਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਏ ਤਾਂ 2014 ਦੇ ਵਿੱਚ ਜ਼ਿਆਦਾ ਵੋਟ ਸ਼ੇਅਰ ਸੀ ਔਰ 2019 ਦੇ ਵਿੱਚ ਆ ਕੇ ਵੋਟ ਸ਼ੇਅਰ ਜਿਹੜਾ ਉਹ ਥੋੜਾ ਘਟਿਆ ਸੀਗਾ। ਸੋ ਲਗਾਤਾਰ ਗਰਾਊਂਡ ਤੇ ਜਿਹੜੇ ਸਾਡੀ ਟੀਮ ਹੈ ਉਹ ਮੌਜੂਦ ਹੈ, ਖਾਸ ਤੌਰ ਤੇ ਵੱਖੋ-ਵੱਖ ਪੋਲਿੰਗ ਬੂਥਾਂ ਦੀ ਗੱਲ ਕੀਤੀ ਜਾਏ ਉਹਨਾਂ ਤੇ ਨਜ਼ਰ ਰਹੇਗੀ, ਉਹਨਾਂ ਬੂਥਾਂ ਤੇ ਵੀ ਨਜ਼ਰ ਰਹੇਗੀ ਕਿ ਜਿੱਥੇ ਕਿ ਉਮੀਦਵਾਰ ਜਿਹੜੇ ਨੇ ਆਪਣੇ ਪਰਿਵਾਰਾਂ ਦੇ ਨਾਲ ਵੋਟ ਪਾ ਰਹੇ ਨੇ ਆ ਕੇ ਔਰ ਲੋਕ ਲੰਬੀਆਂ ਕਤਾਰਾਂ 'ਚ ਲੱਗਣਗੇ, ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰਾਂਗੇ। ਬਿਲਕੁਲ, ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਲਾਈਵ ਜੁੜੇ ਹੋਏ ਨੇ ਇਸ ਵੇਲੇ। ਚਰਨਜੀਤ, ਕੀ ਕੁਝ ਤਸਵੀਰ ਹੈ ਇਸ ਵੇਲੇ ਸੰਗਰੂਰ ਦੇ ਵਿੱਚ? ਅਸੀਂ ਦੇਖ ਪਾ ਰਹੇ ਹਾਂ ਤਸਵੀਰ ਕਿ ਵੋਟਰ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ, VOTING ਸ਼ੁਰੂ ਹੋ ਚੁੱਕੀ ਹੈ। ਇਸ ਵੇਲੇ ਕੀ ਕੁਝ ਤਸਵੀਰ ਤੁਹਾਡੇ ਆਸ-ਪਾਸ? ਬਿਲਕੁਲ ਅਰਸ਼ੀ, ਇਸ ਵਕਤ ਅਸੀਂ ਸੰਗਰੂਰ ਦੇ ਪਿੰਡ ਘਰਾਚੋਂ ਵਿਖੇ ਪਹੁੰਚ ਚੁੱਕੇ ਹਾਂ ਤੇ 8 ਵੱਜ ਗਏ ਨੇ ਤੇ VOTING ਦੀ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਤਸਵੀਰਾਂ 'ਚ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਤੇ ਆਪਣੀ ਬਾਰੀ ਦੀ ਜਿਹੜੀ ਉਡੀਕ ਕਰ ਰਹੇ ਨੇ। ਪੂਰੇ ਸਹੀ 8 ਵੱਜ ਗਏ ਨੇ। ਤੁਹਾਨੂੰ ਦੱਸ ਦਈਏ ਕਿ ਪਿੰਡ ਘਰਾਚੋਂ ਗੁਰਮੇਲ ਸਿੰਘ ਦਾ ਪਿੰਡ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਦੇ ਲਈ, ਉਹਨਾਂ ਦੇ ਪਿੰਡ ਮੌਜੂਦ ਆ ਸਰਕਾਰੀ ਸਕੂਲ ਦੇ ਵਿੱਚ ਜਿਹੜੇ ਲੋਕ ਨੇ ਆਉਣੇ ਸ਼ੁਰੂ ਹੋ ਗਏ ਨੇ ਤੇ ਆਪਣੀ ਜਿਹੜੀ ਵੋਟ ਦੀ ਪ੍ਰਕਿਰਿਆ ਉਹਨਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਆ ਤੇ ਗੁਰਮੇਲ ਸਿੰਘ ਵੀ ਆਪਣੀ ਵੋਟ ਪਾਉਣ ਦੇ ਲਈ ਇੱਥੇ ਪਹੁੰਚ ਚੁੱਕੇ ਨੇ, ਬਾਹਰ ਨੇ ਤੇ ਕੁਝ ਹੀ ਸਮੇਂ ਦੇ ਵਿੱਚ, ਕੁਝ ਹੀ ਮਿੰਟਾਂ ਦੇ ਵਿੱਚ ਉਹ ਅੰਦਰ ਆ ਕੇ ਜਿਹੜੀ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਤੁਹਾਨੂੰ ਦੱਸ ਦਈਏ ਕਿ ਸੰਗਰੂਰ ਦਾ ਜਿਹੜਾ ਮੁਕਾਬਲਾ ਇੱਕ ਮਹਾ ਮੁਕਾਬਲਾ ਮੰਨਿਆ ਜਾ ਰਿਹਾ ਕਿਉਂਕਿ ਸੰਗਰੂਰ ਉਹੀ ਸੀਟ ਆ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 2014 ਦੇ ਵਿੱਚ ਤੇ ਉਸ ਤੋਂ ਬਾਅਦ 2019 ਦੇ ਵਿੱਚ 2 ਵਾਰ ਜੇਤੂ ਰਹੇ ਨੇ ਤੇ ਹੁਣ ਉਹੀ ਸੀਟ ਦੇ ਉੱਪਰ ਜਿਹੜਾ ਦੁਬਾਰਾ ਮੁਕਾਬਲਾ ਹੋਣ ਜਾ ਰਿਹਾ। ਆਮ ਆਦਮੀ ਪਾਰਟੀ ਦੇ ਵੱਲੋਂ ਗੁਰਮੇਲ ਸਿੰਘ ਮੁਕਾਬਲੇ ਦੇ ਵਿੱਚ ਨੇ ਤੇ ਇਹਨਾਂ ਦਾ ਟੱਕਰਾ ਹੋ ਰਿਹਾ ਹੋਰ 4 ਉਮੀਦਵਾਰਾਂ ਨਾਲ। ਤੁਹਾਨੂੰ ਦੱਸੀ ਕਿ 5 ਉਮੀਦਵਾਰ ਨੇ ਜਿਨ੍ਹਾਂ ਦੇ ਵਿੱਚ ਮਹਾ ਜਿਹੜਾ ਮੁਕਾਬਲਾ ਹੋ ਰਿਹਾ। ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ, ਭਾਜਪਾ ਦੀ ਤੇ ਆਮ ਆਦਮੀ ਪਾਰਟੀ ਦੀ ਤੇ ਇਹ ਜਿਹੜਾ ਮੁਕਾਬਲਾ ਕਾਂਗਰਸ ਦੇ ਦਲਵੀਰ ਗੋਲਡੀ ਵੀ ਜਿਹੜੇ ਮੁਕਾਬਲੇ 'ਚ ਸ਼ਾਮਲ ਨੇ। ਇੱਕ ਮਹਾ ਮੁਕਾਬਲਾ ਕਿਹਾ ਜਾ ਰਿਹਾ ਕਿਉਂਕਿ 8 ਵੱਜ ਚੁੱਕੇ ਨੇ। ਅੱਜ ਵੋਟਾਂ ਦਾ ਦਿਨ ਆ, 23 ਜੂਨ ਆ। 26 ਜੂਨ ਨੂੰ ਜਿਹੜਾ ਰਿਜ਼ਲਟ ਆਵੇਗਾ ਤੇ ਲੋਕ ਆਪਣੀ ਬਾਰੀ ਦੀ ਉਡੀਕ ਕਰ ਰਹੇ ਨੇ। ਆਪਣੇ ਆਪਣੇ ID ਕਾਰਡ ਲੈ ਕੇ ਲੋਕ ਪਹੁੰਚਣਾ ਸ਼ੁਰੂ ਹੋ ਗਏ ਨੇ ਤੇ ਦੇਖ ਸਕਦੇ ਹੋ ਕਿ ਜਿਹੜੇ ਲਾਈਨਾਂ ਨੇ, ਲਾਈਨਾਂ ਲੱਗੀਆਂ ਹੋਈਆਂ ਨੇ। ਆਪਣੀ ਜਿਹੜੀ ਬਾਰੀ ਦੀ ਉਡੀਕ ਆ ਲੋਕਾਂ ਵੱਲੋਂ ਕੀਤੀ ਜਾ ਰਹੀ ਆ। ਗੱਲ ਸੁਰੱਖਿਆ ਦੀ ਕਰੀਏ ਤਾਂ ਸੁਰੱਖਿਆ ਦੇ ਵੀ ਜਿਹੜੇ ਪੁਖਤਾ ਪ੍ਰਬੰਧ ਨੇ ਕੀਤੇ ਗਏ ਨੇ ਕਿਉਂਕਿ ਇਹ ਜੇ ਮਾਹੌਲ ਦੇ ਵਿੱਚ ਕਈ ਵਾਰ ਕੋਈ ਲੜਾਈ ਨਾ ਹੋਵੇ, ਕੋਈ ਝਗੜਾ ਨਾ ਹੋਵੇ, ਇਹਦੇ ਕਰਕੇ ਪੈਰਾਮਿਲਟਰੀ ਫੋਰਸ ਵੀ ਮੌਜੂਦ ਆ, ਪੰਜਾਬ ਪੁਲਿਸ ਵੀ ਮੌਜੂਦ ਆ। ਤੇ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਦਿਖਾਉਣੀਆਂ ਚਾਹਾਂਗੇ ਕੋਵਿਡ ਦੇ ਨਿਯਮਾਂ ਦੀਆਂ। ਤੁਹਾਨੂੰ ਦੱਸੀਏ ਕਿ ਕੋਵਿਡ ਮਹਾਮਾਰੀ ਦੇ ਚੱਲਦੇ ਵੀ ਜਿਹੜੇ ਪੂਰੇ ਸੁਰੱਖਿਆ ਪ੍ਰਬੰਧ ਨੇ ਕੀਤੇ ਗਏ ਨੇ, ਚਾਹੇ ਗੱਲ ਸੈਨੀਟਾਈਜ਼ਰ ਦੀ ਹੋਵੇ, ਚਾਹੇ ਗੱਲ ਮਾਸਕ ਦੀ ਹੋਵੇ, ਤਾਂ ਮੈਡੀਕਲ ਵਿਭਾਗ ਦੇ ਕਰਮਚਾਰੀ ਵੀ ਹਰ ਇੱਕ ਪੋਲਿੰਗ ਸਟੇਸ਼ਨ ਦੇ ਉੱਪਰ ਕੋਵਿਡ ਦੇ ਰੂਲ ਨੂੰ ਫੋਲੋ ਕਰ ਰਹੇ ਨੇ। ਤਾਂ ਬਿਲਕੁਲ ਜਿਹੜੇ ਪੂਰੇ ਸੁਰੱਖਿਆ ਪ੍ਰਬੰਧ ਨੇ ਹਰ ਤਰੀਕੇ ਨਾਲ ਕੀਤੇ ਗਏ ਨੇ, ਚਾਹੇ ਗੱਲ ਸੁਰੱਖਿਆ ਦੀ ਹੋਵੇ, ਚਾਹੇ ਗੱਲ ਕੋਵਿਡ ਦੀ ਹੋਵੇ, ਕਿਉਂਕਿ ਲੋਕ ਸਭਾ ਜ਼ਿਮਨੀ ਚੋਣਾਂ ਨੇ। ਪੂਰੇ ਪੰਜਾਬ ਦੇ ਹਰ ਇੱਕ ਲੋਕ ਦੀ ਨਜ਼ਰ ਇਹਦੇ ਉੱਪਰ ਆ ਤੇ ਪੂਰੇ ਹਿੰਦੁਸਤਾਨ ਦੀ ਹੈ ਕਿਉਂਕਿ ਸੰਗਰੂਰ ਹੀ ਅੱਗੇ ਇਹ ਹੈਗਾ। ਪਾਪਾ ਜੀ ਨਾਮ ਕੀ ਹੈ ਬਾਬਾ ਜੀ ਤੁਹਾਡਾ? ਹਰਪਾਲ ਸਿੰਘ ਹੈ ਜੀ। ਕਿਵੇਂ ਦੇਖਦੇ ਹੋ ਤੁਸੀਂ ਵੋਟ ਪਾਉਣ ਆਈ ਆ, ਕੀ ਕਹਿਣਾ ਚਾਹੁੰਦੇ ਹੋ? ਕਹਿਣਾ ਅਸੀਂ ਕੁਝ ਨਹੀਂ ਚਾਹੁੰਦੇ, ਅਸੀਂ ਬਸ ਵੋਟ ਪਾਉਣੀ ਹੈ। ਵੋਟ ਪਾਉਣੀ ਆ ਬਿਲਕੁਲ। ਹਾਂਜੀ, ਆਪਣੇ ਬੇਟੇ ਨੂੰ। ਆ ਮਾਸਕ ਲਾਇਆ, ਕੋਵਿਡ ਦੇ ਰੂਲ ਦੀ ਪੂਰੀ ਤੁਸੀਂ ਕਰ ਰਹੇ ਹੋ? ਹਾਂਜੀ। ਅੱਛਾ, ਮੈਂ ਮਾਫੀ ਚਾਹੁੰਦਾ, ਨਹੀਂ ਪਤਾ ਸੀ, ਪਰ ਜਿਹੜੇ ਗੁਰਮੇਲ ਸਿੰਘ ਉਮੀਦਵਾਰ ਨੇ ਉਹਨਾਂ ਦੇ ਪਿਤਾ ਜੀ ਨੇ ਇਹ। ਬਾਬੂ ਜੀ ਕਿਵੇਂ ਦੇਖਦੇ ਹੋ ਤੁਸੀਂ, ਕਿਸ ਤਰੀਕੇ ਦਾ ਮਾਹੌਲ, ਲੋਕਾਂ ਦਾ ਤੁਹਾਨੂੰ ਕਿੰਨਾ ਕੁ ਪਿਆਰ ਮਿਲ ਰਿਹਾ, ਕਿੰਨਾ ਕੁ ਵਿਸ਼ਵਾਸ ਆ? ਬਹੁਤ ਮਿਲ ਰਿਹਾ ਜੀ ਪਿਆਰ, ਬਹੁਤ ਵਿਸ਼ਵਾਸ ਆਪਾਂ ਨੂੰ ਲੋਕਾਂ ਦੇ, ਆਪਣੇ ਨਾਲ ਬਹੁਤ ਜੁੜੇ ਹੋਏ ਨੇ। ਕਿਵੇਂ ਦੇਖਦੇ ਹੋ ਜਿਹੜੀ ਸੀਟ ਦੇ ਉੱਪਰ ਭਗਵੰਤ ਮਾਨ 2 ਵਾਰ ਕਾਬਜ ਰਹੇ, ਉਸੇ ਸੀਟ ਦੇ ਲਈ ਤੁਹਾਡੇ ਬੇਟਾ ਜੀ ਇਸ ਵਕਤ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ? ਹਾਂਜੀ। ਕਿਵੇਂ ਦੇਖਦੇ ਹੋ? ਠੀਕ ਹੈ ਜੀ, ਬਹੁਤ ਵਧੀਆ। ਮਾਤਾ ਜੀ ਤੁਸੀਂ ਕਿਵੇਂ ਦੇਖਦੇ ਹੋ? ਬਹੁਤ ਵਧੀਆ ਦੇਖ ਰਹੇ ਹਾਂ ਬੇਟਾ।
ਬਹੁਤ ਵਧੀਆ ਪਿਆਰ ਮਿਲ ਰਿਹਾ ਹੈ। ਮੇਰਾ ਬੇਟਾ ਕਾਮਯਾਬ ਹੋਊਗਾ। ਕਿੰਨਾ ਕੁ ਪਿਆਰ ਮਿਲ ਰਿਹਾ ਤੁਹਾਡੇ ਬੇਟੇ ਨੂੰ ਸੰਸਦ ਤੱਕ ਪਹੁੰਚਾਉਣ ਦੇ ਲਈ? ਲੋਕ ਕਿੰਨੇ ਕੁ ਉਤਾਵਲੇ ਲੱਗ ਰਹੇ ਨੇ ਤੁਹਾਨੂੰ? ਬਹੁਤ ਬਹੁਤ ਵਧੀਆ, ਪੂਰਾ ਸਹਿਯੋਗ ਮਿਲਿਆ। ਮੁੱਖ ਮੰਤਰੀ ਨੇ ਪੰਜਾਬ ਦੇ ਭਗਵੰਤ ਮਾਨ ਇਸੇ ਸੀਟ ਦੇ ਉੱਪਰ ਉਹ 2 ਵਾਰ ਚੋਣਾਂ ਲੜੇ ਨੇ, ਜਿੱਤੇ ਨੇ, ਤੇ ਅੱਜ ਗੁਰਮੇਲ ਸਿੰਘ ਦੀ ਵਾਰੀ ਆ। ਕਿੰਨਾ ਕੁ ਲੱਗਦਾ ਤੁਹਾਨੂੰ ਵੀ ਲੋਕ ਤੁਹਾਡਾ ਨਾਲ ਖੜੇ ਨੇ? ਹਾਂਜੀ, ਉਸ ਤਰ੍ਹਾਂ ਹੀ ਦੇਣਗੇ ਜਿਵੇਂ ਭਗਵੰਤ ਮਾਨ ਨੂੰ ਦਿੱਤਾ ਮਾਨ, ਉਸ ਤਰ੍ਹਾਂ ਹੀ ਮੇਰੇ ਬੇਟੇ ਨੂੰ ਦੇਣਗੇ। ਬਿਲਕੁਲ ਬਿਲਕੁਲ, ਇਹ ਸਨ ਗੁਰਮੇਲ ਸਿੰਘ ਦੇ ਮਾਤਾ ਜੀ, ਪਿਤਾ ਜੀ, ਤੇ ਬਾਹਰ ਗੁਰਮੇਲ ਸਿੰਘ ਬੜੀ ਜਲਦੀ ਅੰਦਰ ਆ ਰਹੇ ਨੇ। ਸਾਡੇ ਹੋਰ ਜਿਹੜੇ ਮੀਡੀਆ ਸਾਥੀ ਨੇ ਉਹਨਾਂ ਦੇ ਨਾਲ ਵਾਰਤਾਲਾਪ ਕਰ ਰਹੇ ਨੇ, ਪਰ ਅਸੀਂ ਅੰਦਰ ਮੌਜੂਦ ਆ। ਅੰਦਰ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਜਲਦੀ ਆਉਣ ਵਾਲੇ ਨੇ ਜੀ ਜੀ। ਤੇ ਗੁਰਮੇਲ ਸਿੰਘ ਦੇ ਮਾਤਾ ਪਿਤਾ ਇਹ ਵੀ ਆਪਣੇ ਬੇਟੇ ਦੇ ਨਾਲ ਵੋਟ ਪਾਉਣ ਆ ਰਹੇ ਨੇ, ਤੇ ਤਸਵੀਰਾਂ ਤੁਹਾਨੂੰ ਇੱਧਰ ਦੀਆਂ ਦਿਖਾਵਾਂਗੇ ਕਿ ਜਿਹੜੇ ਲੋਕ ਨੇ, ਲੋਕ ਗੇਟ ਦੇ ਉੱਪਰ ਵੀ ਖੜੇ ਨੇ, ਅੰਦਰ ਵੀ ਖੜੇ ਨੇ। ਦੇਖੋ ਤਸਵੀਰਾਂ ਅਸੀਂ ਦੇਖ ਪਾ ਰਹੇ ਹਾਂ, ਖਾਸ ਜਿਹੜੇ ਤੌਰ ਤੇ ਲੋਕ ਨੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਨੇ। ਠੀਕ ਹੈ, ਫੌਰੀ ਤੌਰ ਤੇ ਵਾਪਸੀ ਕਰਾਂਗੇ। ਚਰਨਜੀਤ, ਜਿਸ ਤਰ੍ਹਾਂ ਹੀ ਗੁਰਮੇਲ ਸਿੰਘ ਅੰਦਰ ਆਉਂਦੇ ਨੇ, ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ, ਤਾਂ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਿਓ, ਨਜ਼ਰ ਬਣੀ ਰਹੇਗੀ। ਭਵਾਨੀਗੜ੍ਹ ਤੋਂ ਰਾਜੀਵ ਨੇ ਸਾਡੇ ਨਾਲ, ਉੱਥੇ ਵੀ ਵੇਖ ਪਾ ਰਹੇ ਹਾਂ ਨੌਜਵਾਨ ਜਿਹੜੇ ਪਿੱਛੇ ਕਤਾਰਾਂ ਦੇ ਵਿੱਚ ਖੜੇ ਜ਼ਿਆਦਾਤਰ ਨਜ਼ਰ ਆ ਰਹੇ ਨੇ। ਰਾਜੀਵ, ਕਿਸ ਤਰ੍ਹਾਂ ਦਾ ਮਾਹੌਲ ਹੈ? ਠੀਕ ਹੈ, ਗੁਰਮੇਲ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ, ਉਹ ਸੁਣ ਲੈਣੇ। ਪਹਿਲਾਂ ਰਾਜੀਵ, ਵਾਪਸੀ ਕਰਦੇ ਹਾਂ ਜੀ। ਫਾਂਸੀਆਂ ਦੇ ਚੜ ਕੇ ਵੋਟ ਪਾਉਣ ਦਾ ਅਧਿਕਾਰ ਮਿਲੇਗਾ। ਇਹਦੀ ਵਰਤੋਂ ਕਰਨਾ ਤੇ ਸਾਫ਼ ਸੁਥਰੀ ਇਮਾਨਦਾਰ ਪਾਰਟੀ ਨੂੰ ਵੋਟ ਕਰਨਾ। ਕਿਵੇਂ ਦੇਖਦੇ ਹੋ ਅੱਜ ਤੁਹਾਡਾ ਮਹਾ ਮੁਕਾਬਲਾ ਪੂਰੇ ਬਲਾਕ ਦੇ ਵਿੱਚ, ਸੰਗਰੂਰ ਦੇ ਵਿੱਚ, ਸਾਰੇ ਹਲਕਿਆਂ 'ਚ? ਕਿਵੇਂ ਦਾ ਤੁਹਾਨੂੰ ਲੱਗ ਰਿਹਾ ਮਾਹੌਲ? ਕਿਵੇਂ ਲੱਗ ਰਿਹਾ? ਦੇਖੋ, ਮਾਹੌਲ ਬਹੁਤ ਵਧੀਆ, ਨੌਜਵਾਨਾਂ ਦੇ ਵਿੱਚ ਜੋਸ਼ ਆ, ਮਾਵਾਂ ਦਾ ਆਸ਼ੀਰਵਾਦ ਮਿਲ ਰਿਹਾ, ਬਜ਼ੁਰਗਾਂ ਦਾ ਸਾਥ ਮਿਲ ਰਿਹਾ। ਗੁਰਮੇਲ ਜੀ, ਤੁਸੀਂ ਵੋਟ ਪਾਉਣ ਆਏ, ਤੁਹਾਡੇ ਮਾਪੇ ਤੁਹਾਡੇ ਨਾਲ ਆਏ ਨੇ, ਆਸ਼ੀਰਵਾਦ ਨਾਲ ਆ ਪੂਰਾ? ਬਿਲਕੁਲ ਜੀ, ਬਿਲਕੁਲ। ਅੱਜ ਸਵੇਰੇ ਮਾਤਾ ਪਿਤਾ ਤੋਂ ਆਸ਼ੀਰਵਾਦ ਲੈ ਕੇ ਚੱਲਾਂਗੇ ਤੇ ਅੱਗੇ ਹਲਕੇ ਦੇ ਹੋਰ ਪਿੰਡਾਂ 'ਚ ਵੀ ਜਾਵਾਂਗੇ। ਭਗਵੰਤ ਮਾਨ ਵੀ ਆਇਆ ਸੀ, ਕੇਜਰੀਵਾਲ ਵੀ ਰੋਡ ਸ਼ੋਅ ਕਰ ਰਹੇ ਨੇ। ਮੁਕਾਬਲਾ ਕਿਵੇਂ ਦੇਖਦੇ ਹੋ? ਕਿਉਂਕਿ ਪੂਰੀ ਟੱਕਰ ਦਾ ਜਿਹੜਾ ਮੁਕਾਬਲਾ ਤੁਹਾਨੂੰ ਲੱਗ ਰਿਹਾ, ਕਿਵੇਂ ਲੱਗਦਾ? ਦੇਖੋ, ਮੁਕਾਬਲਾ ਹਮੇਸ਼ਾ ਸਾਡਾ ਮੁੱਦਿਆਂ ਦੇ ਨਾਲ ਰਹੇਗਾ। ਤੁਸੀਂ ਦੇਖੋਗੇ ਵੀ ਇੱਕ ਤਰਫੀ ਫਾਈਟ ਹੈ। ਬਿਲਕੁਲ, ਜਿਵੇਂ ਗੁਰਮੇਲ ਸਿੰਘ ਨਾਲ ਸਾਨੇ ਗੱਲਬਾਤ ਕੀਤੀ, ਇਹਨਾਂ ਨੇ ਕਿਹਾ ਇੱਕ ਤਰਫੀ ਫਾਈਟ ਆ, ਤੇ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਆਪਣੀ ਵੋਟ ਪਾਉਣ ਆਪਣੇ ਪਰਿਵਾਰ ਦੇ ਨਾਲ ਗੁਰਮੇਲ ਸਿੰਘ ਜਾ ਰਹੇ ਨੇ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ। ਤਾਂ ਇਹ ਉਹ ਤਸਵੀਰ ਹੈ ਸੰਗਰੂਰ ਦੇ ਵਿੱਚ ਜੋ 5ਵੀਂ ਟੱਕਰ ਦੀ ਅਸੀਂ ਗੱਲ ਕਰ ਰਹੇ ਹਾਂ। ਗੁਰਮੇਲ ਸਿੰਘ ਉਹ ਉਮੀਦਵਾਰ ਨੇ ਜਿਨ੍ਹਾਂ ਤੇ ਸਭ ਦੀ ਨਜ਼ਰ ਬਣੀ ਹੋਈ ਹੈ। ਇਸ ਕਰਕੇ ਬਣੀ ਹੋਈ ਹੈ ਕਿਉਂਕਿ ਇੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, 2 ਵਾਰ ਇਹ ਸੀਟ ਆਮ ਆਦਮੀ ਪਾਰਟੀ ਦੇ ਹਿੱਸੇ ਆਈ ਹੈ। ਮੁੱਖ ਮੰਤਰੀ ਭਗਵੰਤ ਮਾਨ 2 ਵਾਰ ਇੱਥੋਂ ਲੋਕ ਸਭਾ ਦੇ ਲਈ ਚੁਣੇ ਗਏ ਨੇ। तो बिल्कुल तस्वीर दिखा रहे हैं पार्टी मोरा दे ਵੱਲੋਂ अपनी वोट हक का इस्तेमाल किया जा रहा है। दस दईए कि दिड़बा तो विधायक सन, जिस तो बाद खजाना मंत्री की कुर्सी जिहड़ी है इन्हां नूं कैबिनेट दे विच हासिल हुई है, तो इस वेले वड्डा दावा कर रहे हैं कि बाकी विरोधियों दी जमानतां जब्त होणगीआं, पर अपनी वोट हक का इस्तेमाल इन्हां दे ਵੱਲੋਂ सब तो पहला कर दिता गया क्योंकि 8 बजे ने अजे 8:11 का समय, पर इस दे विचकार इन्हां दे ਵੱਲੋਂ सब तो पहला अपनी वोट का भुगतान किया गया है। दूसरे पासे गुरमेल सिंह भी पहुंच गए ने अपने परिवार दे नाल। उन्हां दा कहना है कि फसवी टक्कर नहीं है, एक तरफा मुकाबला, एक बड़ा दावा गुरमेल सिंह जो आम आदमी पार्टी के उम्मीदवार ने उन्होंने वालों किया गया। तो यह तस्वीर हरपाल चीमा दे वालों अपने वोट हक का इस्तेमाल करने तो बाद पहली तस्वीर सामने आई है। न्यूज़ 18 पंजाब से दिखा रहे लगातार कि किस तरह के नाल अपने वोट हक का इस्तेमाल ਵੱਖ-ਵੱਖ लीडर कर रहे हैं। बिल्कुल, तो हरपाल चीमा खजाना मंत्री जिन्हां दे ਵੱਲੋਂ न्यूज़ 18 ਨੂੰ ਇਹ ਲਿਖ ਕੇ ਵੀ ਦਿੱਤਾ ਗਿਆ ਕਿ ਜ਼ਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਜਿੱਤ ਹਾਸਲ ਕਰੇਗੀ ਤੇ ਵਿਰੋਧੀ ਧਿਰਾਂ ਦੀ ਜ਼ਮਾਨਤ ਜ਼ਬਤ ਹੋਏਗੀ। ਹਾਲਾਂਕਿ ਫੈਸਲਾ ਲੋਕਾਂ ਨੇ ਕਰਨਾ ਹੈ, ਦੇਖਣਾ ਹੋਏਗਾ ਕਿ ਕੀ ਫੈਸਲਾ ਸਾਹਮਣੇ ਆਉਂਦਾ ਹੈ। ਲੇਕਿਨ ਇਹ ਪਹਿਲੀ ਵੱਡੀ ਤਸਵੀਰ ਅਸੀਂ ਕਹਿ ਸਕਦੇ ਹਾਂ ਸਾਹਮਣੇ ਆਈ ਹੈ ਜਿੱਥੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ। ਲਾਈਵ ਤਸਵੀਰਾਂ ਅਸੀਂ ਵਿਖਾ ਰਹੇ ਹਾਂ। ਪੰਕਜ ਕਪਾਹੀ ਸਾਡੇ ਸਹਿਯੋਗੀ ਦੜਬਾ ਤੋਂ ਲਾਈਵ ਜੁੜੇ ਹੋਏ ਨੇ ਜਿੱਥੇ ਹਰਪਾਲ ਚੀਮਾ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ। ਪੰਕਜ, ਓਵਰ ਟੂ ਯੂ। ਸੁਣ ਪਾ ਰਹੇ ਹੋ ਤਾਂ ਕੀ ਕੁਝ ਇਸ ਵੇਲੇ ਦੀ ਤਸਵੀਰ? तो बिल्कुल गलबात भी कर रहे थे हरपाल चीमा, कोशिश भी करांगे सुनवान दी कि आखिरकार की दावा किया जा रहा है, पर विक्ट्री का साइन अर्श उन्होंने वालों किया गया और लगातार दावा भी कर रहे हैं कि साडे वालों जित हासिल की जाएगी। खास तौर पर जेकर गुरमेल सिंह होरां दा जिक्र करिए जो आम आदमी पार्टी के उम्मीदवार ने, उन्होंने तो एक होर दावा ठोक दिता कि यह एक तरफा मुकाबला, यानी कि सीधे तौर पर कह दिता कि कोई मुकाबले दे विच सानू नजर ही नहीं आ रहा।
ਬਿਲਕੁਲ ਸਾਰੀਆਂ ਸਿਆਸੀ ਧਿਰਾਂ ਗੁਰਜੋਤ ਇਹ ਦਾਅਵੇ ਕਰਦੀਆਂ ਨੇ, ਸਾਰੀਆਂ ਹੀ ਸਿਆਸੀ ਧਿਰਾਂ ਇਹ ਦਾਅਵਾ ਕਰ ਰਹੀਆਂ ਨੇ ਕਿ ਸਾਡੀ ਜਿੱਤ ਹੋਏਗੀ ਤੇ ਦੂਸਰੀ ਧਿਰ ਦੀ ਹਾਰ ਹੋਏਗੀ। ਤਾਂ ਇਹ ਦਾਅਵਾ ਖੈਰ ਕਿੰਨਾ ਕੁ ਸਹੀ ਸਾਬਤ ਹੁੰਦਾ ਹੈ, ਕਿਉਂਕਿ ਫੈਸਲਾ ਲੋਕਾਂ ਦੇ ਹੱਥ ਦੇ ਵਿੱਚ ਹੁੰਦਾ ਹੈ। ਜਮਹੂਰੀਅਤ ਦੇ ਵਿੱਚ ਫੈਸਲਾ ਲੋਕਾਂ ਨੇ ਕਰਨਾ ਹੈ, ਤਾਂ ਉਹ ਵੋਟ ਹੱਕ ਦਾ ਇਸਤੇਮਾਲ ਲੋਕ ਕਰਦੇ ਨਜ਼ਰ ਆ ਰਹੇ ਨੇ। ਘਰਾਚੋਂ ਦੀਆਂ ਤਸਵੀਰਾਂ ਅਸੀਂ ਵਿਖਾ ਰਹੇ ਹਾਂ, ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਆਪਣੇ ਪਰਿਵਾਰ ਸਮੇਤ ਬਿਲकुल सरदार गुरमेल सिंह घराचों ने लंबा अरसा लड़ाई लड़ी आ और सब तो पहला पार्टी का वॉलंटियर बनया, फिर उस तो बाद माता पिता भी काफी खुश नजर आए ने, कह रहे ने कि लोगों ने पूरा समर्थन दिता है, लोग उसी तरह प्यार देंगे जिस तरीके दे नाल भगवंत मान नूं प्यार दिता। देखो ਜ਼ਿੰਮੇਵਾਰੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਇਕੱਲੇ ਸੰਗਰੂਰ ਦੀ ਨਹੀਂ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਚੱਕਣੀ ਪੈਣੀ ਹੈ, ਕਿਉਂਕਿ ਪਹਿਲਾਂ ਮਾਨ ਸਾਹਿਬ ਨੇ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਚੱਕੀ ਹੈ। ਜੋ ਜਿਸ ਤਰ੍ਹਾਂ ਮਾਨ ਸਾਹਿਬ ਨੇ ਕੰਮ ਕੀਤੇ ਮੈਂ ਸਮਝਦਾ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹ ਹੁਣੇ ਪੰਜਾਬ ਦੇ ਲੋਕਾਂ ਨੂੰ ਹਰਾਇਆਗਾ। ਹਜੇ 3 ਮਹੀਨੇ ਦਾ ਸਮਾਂ ਹੋਇਆਗਾ, 3 ਮਹੀਨਿਆਂ ਦੇ ਵਿੱਚ ਅਸੀਂ ਆਪਣਾ ਕੰਮ ਚਲਾਊ ਬਜਟ ਪੇਸ਼ ਕੀਤਾ ਸੀਗਾ। ਹੁਣ ਜਿਹੜਾ ਪਹਿਲਾ ਬਜਟ ਆ ਜਿਹੜਾ ਪੰਜਾਬ ਦੇ ਲੋਕਾਂ ਦਾ ਬਜਟ ਆਗਾ ਉਹ 27 ਤਰੀਕ ਨੂੰ ਪੇਸ਼ ਹੋਣਾਗਾ, ਔਰ ਜਿੰਨੇ ਵੀ ਵਾਅਦੇ ਜਿੰਨੀਆਂ ਵੀ ਗਰੰਟੀਆਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਦਿੱਤੀਆਂ ਨੇਗੀਆਂ ਉਹ ਸਾਰੀਆਂ 100% ਪੂਰੀਆਂ ਕਰਾਂਗੇ। ਔਰ ਲੋਕਾਂ ਨੂੰ ਪਹਿਲੀ ਵਾਰ ਮਹਿਸੂਸ ਹੋਊਗਾ ਕਿ ਲੋਕਾਂ ਦਾ ਬਜਟ ਹੈਗਾ, ਕਿਉਂਕਿ ਅਸੀਂ ਲੋਕਾਂ ਜਾ ਕੇ ਤਿਆਰ ਕੀਤਾ ਗਾ। ਅਸੀਂ ਬੰਦ ਕਮਰਿਆਂ 'ਚ ਤਿਆਰ ਨਹੀਂ ਕੀਤਾ, ਅਸੀਂ ਏਸੀ ਕਮਰਿਆਂ 'ਚ ਬੈਠ ਕੇ ਤਿਆਰ ਨਹੀਂ ਕੀਤਾ, ਅਸੀਂ ਲੋਕਾਂ ਵਿੱਚ ਜਾ ਕੇ ਜਿਹੜਾ ਹੈਗਾ ਉਹਨਾਂ ਦੀ ਗੱਲ ਸੁਣੀ ਆ, ਹਰੇਕ ਵਰਗ ਦੀ ਗੱਲ ਸੁਣੀ ਆ, ਔਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਗਿਆਂਗੇ ਔਰ ਜਾ ਕੇ ਪਹਿਲਾ ਬਜਟ ਹੋਊਗਾ ਆਜ਼ਾਦੀ ਤੋਂ ਬਾਅਦ ਜਿਹੜਾ ਕਿ ਲੋਕਾਂ ਦਾ ਬਜਟ ਹੋਊਗਾ। ਮਾਹੌਲ ਕੀ ਲੱਗ ਰਿਹਾ ਇਸ ਵਾਰ, ਕਿਉਂਕਿ ਰਾਜਾ ਵੜਿੰਗ ਕਹਿ ਰਹੇ ਸਿੱਧੂ ਮੂਸੇਵਾਲਾ ਦਾ ਬਦਲਾ ਲਿੱਤਾ ਜਾਵੇ। ਦੇਖੋ ਮੈਂ ਸਮਝਦਾ ਕਾਂਗਰਸ ਪਾਰਟੀ ਨੂੰ ਹੋਸ਼ੀ ਤੇ ਘਟੀਆ ਰਾਜਨੀਤੀ ਨਹੀਂ ਕਰਨੀ ਚਾਹੀਦੀ। ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ, ਉਹਨਾਂ ਦੇ ਪਿਤਾ ਜੀ ਨੇ, ਮਾਤਾ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ, ਔਰ ਖਾਸ ਕਰਕੇ ਪੋਲੀਟੀਕਲ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਸਾਡੇ ਨੌਜਵਾਨ ਪੁੱਤ ਦੀ ਲਾਸ਼ ਦੇ ਉੱਤੇ ਸਿਆਸਤ ਨਾ ਕੀਤੀ ਜਾਵੇ। ਸੋ ਉਹਨਾਂ ਨੇ ਘਟੀਆ ਸਿਆਸਤ ਬੰਦ ਕਰਨੀ ਚਾਹੀਦੀ ਹੈ ਕਾਂਗਰਸ ਪਾਰਟੀ ਨੂੰ। ਅਸੀਂ ਉਸ ਨੌਜਵਾਨ ਦੀ ਕਤਲ ਦਾ ਬਦਲਾ ਲਵਾਂਗੇ, ਸਰਕਾਰ ਬਦਲਾ ਲਊਗੀ, ਔਰ ਜਿਹੜੇ ਵੀ ਹਥਿਆਰੇ ਹੋਣਗੇ ਉਹ ਸਲਾਖਾਂ ਦੇ ਪਿੱਛੇ ਹੋਣਗੇ, ਜੇਲ੍ਹ ਦੇ ਪਿੱਛੇ ਨੂੰ ਇੱਕ ਮਿਸਾਲੀ ਸਜ਼ਾ ਜਿਹੜੀ ਆ ਉਹਨਾਂ ਨੂੰ ਦਿੱਤੀ ਜਾਊਗੀ। ਕਿੰਨਾ ਫੀਸਾ ਲੱਗਦਾ ਹੈ ਇਸ ਵਾਰ ਵੋਟ ਜਿਹੜੀ ਪੈਣੀ? ਦੇਖੋ ਲੋਕਾਂ 'ਚ ਉਤਸ਼ਾਹ ਹੈ, ਬੇਸ਼ੱਕ ਝੋਨੇ ਦਾ ਸੀਜ਼ਨ ਆ, ਗਰਮੀ ਬਹੁਤ ਪੈ ਰਹੀ ਹੈ, ਪਰ ਫਿਰ ਵੀ ਮੈਂ ਸਮਝਦਾ ਇਸ ਲੋਕਤੰਤਰ ਦੇ ਇਸ ਮੈਂ ਸਮਝਦਾ ਸਹਿ ਜਿਮਨੀ ਚੋਣ ਆ, ਲੋਕਤੰਤਰ ਦੇ ਜੱਗ ਦੇ ਵਿੱਚ ਲੋਕ ਆਪਣਾ ਹਿੱਸਾ ਪਾਉਣਗੇ। ਔਰ ਮੇਰੀ ਸਮੂਹ ਵੋਟਰਾਂ ਨੂੰ ਅਪੀਲ ਆ ਗਈ ਕਿ ਤੁਸੀਂ ਇਸ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ, ਇਸ ਜਿਹੜਾ ਚੌਥਾ ਆਪਣਾ ਲੋਕਤੰਤਰ ਆ ਇਹਨੂੰ ਹੋਰ ਤਾਕਤ ਦੇਣ ਦੇ ਲਈ ਆਪਣੀ ਵੋਟ ਦਾ ਇਸਤੇਮਾਲ ਕਰੋ, ਔਰ ਆਪਣੇ ਘਰਾਂ 'ਚ ਆਓ, ਥੋੜਾ ਸਮਾਂ ਕੱਢੋ ਔਰ ਲੋਕਤੰਤਰ ਦੀ ਮਜ਼ਬੂਤੀ 'ਚ ਹਿੱਸਾ ਪਾਓ। ਠੀਕ ਹੈ। ਤਾਂ ਹਰਪਾਲ ਸਿੰਘ ਚੀਮਾ ਵੋਟ ਪਾ ਕੇ ਬਾਹਰ ਨਿਕਲੇ ਨੇ। ਤਸਵੀਰਾਂ ਅਸੀਂ ਲਗਾਤਾਰ ਦਿਖਾ ਰਹੇ ਹਾਂ ਕਿ ਹਰਪਾਲ ਸਿੰਘ ਚੀਮਾ ਲਗਾਤਾਰ ਜ਼ਿਕਰ ਕਰ ਰਹੇ ਨੇ ਕਿ ਬਾਕੀ ਸਿਆਸੀ ਪਾਰਟੀਆਂ ਦੀ ਜ਼ਮਾਨਤ ਜ਼ਬਤ ਹੋਏਗੀ, ਲੇਕਿਨ ਇਹ ਤਸਵੀਰਾਂ ਨੇ, ਅਹਿਮ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਹਰਪਾਲ ਸਿੰਘ ਚੀਮਾ ਨੇ ਵੋਟ ਪਾਈ ਹੈ, ਔਰ ਇਹ ਕਹਿ ਰਹੇ ਨੇ ਕਿ ਹੈਟ੍ਰਿਕ ਜਿਹੜੀ ਆਮ ਆਦਮੀ ਪਾਰਟੀ ਦੀ ਸੰਗਰੂਰ ਦੇ ਵਿੱਚ ਹੋਏਗੀ। ਭਗਵੰਤ ਮਾਨ 2 ਵਾਰ ਜਿੱਤੇ ਨੇ 2014 2019 ਦੇ ਵਿੱਚ, ਲੇਕਿਨ ਹੁਣ ਜਿਹੜੇ ਇੱਕ ਸਰਪੰਚ ਚਿਹਰਾ, ਇੱਕ ਆਮ ਘਰਾਂ ਦਾ ਚਿਹਰਾ ਕਹਿ ਰਹੇ ਨੇ ਕਿ ਮੈਦਾਨ ਦੇ ਵਿੱਚ ਉਤਾਰਿਆ ਔਰ ਜਿੱਤ ਹਾਸਲ ਕੀਤੀ ਜਾਏਗੀ। ਤਾਂ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਦੀ ਰਾਜਧਾਨੀ ਵੀ ਸੰਗਰੂਰ ਨੂੰ ਕਿਹਾ ਜਾਂਦਾ ਹੈ। 2014 2019 ਚ ਇਕਲੌਤੀ ਸੀਟ ਪੂਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦੀ ਆਈ ਸੀ, ਉਹ ਸੀ ਸੰਗਰੂਰ ਦੀ ਸੀਟ। ਤਾਂ ਕੀ ਸੰਗਰੂਰ ਦੀ ਸੀਟ ਦਾ ਆਪਣਾ ਕਿਲਾ ਜਿਹੜਾ ਆਮ ਆਦਮੀ ਪਾਰਟੀ ਬਚਾ ਪਾਏਗੀ, ਹੈਟ੍ਰਿਕ ਜਿਹੜੀ ਉਹ ਕਰ ਪਾਏਗੀ, ਜਾਂ ਫਿਰ ਇਹ ਕਿਲਾ ਜਿਹੜਾ ਹਟਾਇਆ ਜਾਏਗਾ? ਇਹ ਅੱਜ ਸੰਗਰੂਰ ਦੇ ਲੋਕਾਂ ਨੇ ਤੈਅ ਕਰਨਾ ਹੈ। ਵੋਟਾਂ ਪਾਉਣ ਦੇ ਲਈ ਘਰੋਂ ਬਾਹਰ ਨਿਕਲ ਚੁੱਕੇ ਨੇ, VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਔਰ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੋਟ ਜਿਹੜੀ ਉਹ ਇਸ ਵੇਲੇ ਆਪਣੇ ਹਲਕੇ ਦੇ ਵਿੱਚ ਪਾਈ ਹੈ। ਇਹ ਤਸਵੀਰਾਂ ਦਿਖਾ ਰਹੇ ਹਾਂ ਗੁਰਜੋਤ। ਬਿਲਕੁਲ ਪੰਕਜ, ਖਾਸ ਤੌਰ ਤੇ ਜੇਕਰ ਜ਼ਿਕਰ ਕੀਤਾ ਜਾਏ ਤਾਂ ਜਦੋਂ VOTING ਸ਼ੁਰੂ ਹੁੰਦੇ 8 ਵਜੇ VOTING ਸ਼ੁਰੂ ਹੋਈ, ਥੋੜੀ ਦੇਰ ਬਾਅਦ ਹੀ ਹਰਪਾਲ ਚੀਮਾ ਦੇ ਵੱਲੋਂ ਆਪਣੀ ਵੋਟ ਦਾ ਭੁਗਤਾਨ ਕੀਤਾ ਗਿਆ। ਤਾਂ ਇਹ ਕਿਤੇ ਨਾ ਕਿਤੇ ਸਾਈਨ ਹੁੰਦਾ ਲੋਕਾਂ ਦੇ ਵਿੱਚ ਕਿ ਫਟਾਫਟ ਆਪਣੇ ਘਰਾਂ ਦੇ ਵਿੱਚੋਂ ਨਿਕਲੋ ਔਰ ਵੋਟ ਦਾ ਭੁਗਤਾਨ ਜਿਹੜਾ ਉਹ ਕੀਤਾ ਜਾਵੇ, ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਹੁੰਦੀ ਹੈ। ਬਿਲਕੁਲ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਹੁੰਦੀ ਹੈ ਔਰ ਮਾਹੌਲ ਦੇਖਣ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਕਿੰਨੇ ਕੁ ਫੀਸਦ ਲੋਕ ਕੀ ਸੋਚਦੇ ਨੇ, ਕਿਸ ਤਰੀਕੇ ਨਾਲ ਸੋਚਦੇ ਨੇ, ਕਿਉਂਕਿ ਦੋ ਅਹਿਮ ਗੱਲਾਂ ਨੇ। ਇੱਕ ਤਾਂ ਸੰਗਰੂਰ ਆਮ ਆਦਮੀ ਪਾਰਟੀ ਦੀ ਨਰਸਰੀ ਰਾਜਧਾਨੀ ਕਿਹਾ ਜਾਂਦਾ ਹੈ, ਇਕਲੌਤੀ ਸੀਟ ਹੈ ਲੋਕ ਸਭਾ ਦੇ ਵਿੱਚ, 10 ਰਾਜ ਸਭਾ 'ਚ ਮੈਂਬਰ ਪਾਰਲੀਮੈਂਟ ਜ਼ਰੂਰ ਨੇ, ਲੇਕਿਨ ਇਹ ਇੱਕ ਅਜਿਹੀ ਸੀਟ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਪੂਰੀ ਦੇਸ਼ ਦੇ ਵਿੱਚ ਇਸ ਵੇਲੇ ਸੀਗੀ। ਤਾਂ ਇਹ ਸੀਟ ਬਚਾ ਪਾਣਗੇ ਔਰ ਇਸੇ ਵਜ੍ਹਾ ਕਰਕੇ ਅਸੀਂ ਪਿਛਲੇ ਦਿਨਾਂ ਦੇਖਿਆ ਕਿ तमाम ਕੈਬਨਿਟ ਮੰਤਰੀ ਇੱਥੇ ਨਜ਼ਰ ਆਏ, तमाम ਵੱਡੇ ਚਿਹਰੇ ਨਜ਼ਰ ਆਏ, ਅਰਵਿੰਦ ਕੇਜਰੀਵਾਲ ਤੁਹਾਨੂੰ ਨਜ਼ਰ ਆਏ, ਮਨੀਸ਼ ਸਿਸੋਦੀਆ ਤੁਹਾਨੂੰ ਨਜ਼ਰ ਆਏ, ਭਗਵੰਤ ਮਾਨ ਲਗਾਤਾਰ ਰੋਡ ਸ਼ੋਅ ਕਰਦੇ ਹੋਏ ਨਜ਼ਰ ਆਏ। ਔਰ ਭਗਵੰਤ ਮਾਨ ਦੀ ਸੰਗਰੂਰ ਸੀਟ ਦਾ ਵਾਰਸ ਕੌਣ, ਇਹ ਅੱਜ
ਤੈਅ ਕਰਨਾ ਹੈ ਸੰਗਰੂਰ ਦੇ ਲੋਕਾਂ ਨੇ। ਔਰ ਸਵੇਰੇ ਹੀ ਅਸੀਂ ਤਸਵੀਰਾਂ ਦੇਖ ਰਹੇ ਹਾਂ, ਇੱਕ ਪਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹ ਤੜਕੇ ਵੋਟ ਪਾਣ ਆਏ ਔਰ 8:03 ਤੇ ਜਿਹੜੀ ਵੋਟ ਹੈ ਉਹ ਹਰਪਾਲ ਸਿੰਘ ਚੀਮਾ ਪਾਉਂਦੇ ਹੋਏ ਨਜ਼ਰ ਆਏ। ਤਾਂ ਹਰਪਾਲ ਸਿੰਘ ਚੀਮਾ ਵੋਟ ਪਾ ਕੇ ਆਪਣਾ ਮਾਹੌਲ, ਇਸ ਹਲਕੇ ਦੇ ਲੋਕਲ ਕੈਂਡੀਡੇਟ ਵੀ ਨੇ, ਵਿਧਾਇਕ ਵੀ ਨੇ ਔਰ ਪੰਜਾਬ ਦੇ ਖਜ਼ਾਨਾ ਮੰਤਰੀ ਵੀ ਨੇ, ਤਾਂ ਉਹ ਹੁਣ ਇਸ ਵੇਲੇ ਵੋਟ ਪਾ ਕੇ ਜਿਹੜਾ ਵਾ ਉਹ ਜਾਂਦੇ ਹੋਏ ਨਜ਼ਰ ਆ ਰਹੇ ਨੇ। ਗੁਰਜੋਤ, ਬਿਲਕੁਲ, ਤਾਂ ਇਹ ਤਸਵੀਰ ਹੈ ਹਰਪਾਲ ਚੀਮਾ ਨੇ ਸਵਖਤੇ ਹੀ ਜਦੋਂ ਹੀ VOTING ਸ਼ੁਰੂ ਹੋਈ ਹੈ ਤਾਂ ਆਪਣੇ ਵੋਟ ਦਾ ਭੁਗਤਾਨ ਕੀਤਾ ਹੈ, ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ ਤੇ ਕਾਫੀ ਸਾਰੇ ਉਹਨਾਂ ਦੇ ਸਮਰਥਕ ਵੀ ਨਜ਼ਰ ਆ ਰਹੇ ਨੇ। ਤੇ ਲੋਕਾਂ ਨੂੰ ਇੱਕ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਘਰਾਂ ਤੋਂ ਬਾਹਰ ਨਿਕਲੋ ਤੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰੋ। ਤੇ ਨਾਲ ਇਹ ਵੀ ਅਹਿਮ ਹੈ ਕਿ ਆਮ ਆਦਮੀ ਪਾਰਟੀ ਦੇ ਲਈ ਕਿਲਾ ਬਚਾਉਣ ਦੀ ਕੋਸ਼ਿਸ਼ ਵੀ ਹੈ, ਕਿਉਂਕਿ ਹੁਣ ਜਦੋਂ ਵਿਧਾਨ ਸਭਾ ਦੇ ਵਿੱਚ ਗੁਰਜੋਤ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ ਤਾਂ ਹੁਣ ਸੰਗਰੂਰ ਦੀ ਸੀਟ ਵੀ ਓਨੀ ਹੀ ਜ਼ਿਆਦਾ ਉਹਨਾਂ ਦੇ ਲਈ ਅਹਿਮ ਹੈ, ਕਿਉਂਕਿ ਇੱਕੋ ਹੀ ਲੋਕ ਸਭਾ ਦੀ ਸੀਟ ਸੀ 2019 ਦੇ ਵਿੱਚ ਤੇ ਉਹ ਸੀਟ ਜਿੱਥੋਂ ਹੁਣ ਉਹਨਾਂ ਦੇ ਮੁੱਖ ਮੰਤਰੀ ਬਣੇ ਨੇ। ਭਗਵੰਤ ਮਾਨ ਨੇ 2 ਵਾਰ ਇਸ ਸੀਟ ਤੇ ਜਿੱਤ ਹਾਸਲ ਕੀਤੀ ਹੈ। ਇਕਲੌਤੀ ਸੀਟ ਆਮ ਆਦਮੀ ਪਾਰਟੀ ਦੇ ਕੋਲ ਸੀ ਤਾਂ ਹੋਰ ਵੀ ਵੱਡਾ ਅਸੀਂ ਕਹਿ ਸਕਦੇ ਹਾਂ ਵਕਾਰ ਦਾ ਸਵਾਲ ਆਮ ਆਦਮੀ ਪਾਰਟੀ ਦੇ ਲਈ ਇਸ ਵੇਲੇ ਬਣਿਆ ਹੋਇਆ। ਬਿਲਕੁਲ, ਖਾਸ ਤੌਰ ਤੇ ਲਗਾਤਾਰ ਇਹ ਤਸਵੀਰਾਂ ਵਿਖਾ ਰਹੇ ਹਾਂ ਔਰ ਕੁੱਲ ਮਿਲਾ ਕੇ ਹੁਣ ਬਾਕੀ ਹੋਰ ਪੋਲਿੰਗ ਬੂਥਾਂ ਤੇ ਵੀ ਸ਼ਾਇਦ ਜਾਇਆ ਜਾਵੇਗਾ ਔਰ ਉੱਥੇ ਜਾ ਕੇ ਵੀ ਜਿਹੜਾ ਇੱਕ ਮਾਹੌਲ ਹੈ ਵੇਖਿਆ ਜਾਵੇਗਾ, ਜਿਵੇਂ ਪੰਕਜ ਵੀ ਜ਼ਿਕਰ ਕਰ ਰਹੇ ਸੀਗੇ, ਕਿਉਂਕਿ ਵਾਕਈ ਵਕਾਰ ਦਾ ਸਵਾਲ ਹੈ ਕਿ ਆਖਰਕਾਰ ਕਿਹੋ ਜਿਹੀ ਤਸਵੀਰ ਹੈ ਲੋਕਾਂ ਦੇ ਵਿੱਚ, ਦਿਲਾਂ ਦੇ ਵਿੱਚ ਕੀ ਹੈ, ਕਿਉਂਕਿ ਬੇਸ਼ੱਕ ਮੂੰਹੋਂ ਬੇਸ਼ੱਕ ਕੁਝ ਵੀ ਕਿਹਾ ਜਾਵੇ ਪਰ ਜਦੋਂ ਵੋਟ ਭੁਗਤਾਨ ਹੋਣਾ ਉਦੋਂ ਹੀ ਅਸਲ ਸੱਚ ਸਾਹਮਣੇ ਆਏਗਾ ਕਿਸ ਦੇ ਹੱਕ 'ਚ ਜਾਏਗੀ। ਸਾਡੇ ਨਾਲ ਧੂਰੀ ਤੋਂ ਮੌਜੂਦ ਨੇ ਰਾਜੀਵ। ਲਗਾਤਾਰ ਤਸਵੀਰ ਅਸੀਂ ਪਿੱਛੋਂ ਦੀ ਵੇਖ ਪਾ ਰਹੇ ਹਾਂ, ਲੰਬੀ ਕਤਾਰ ਇੱਥੇ ਨਜ਼ਰ ਆ ਰਹੀ ਹੈ। ਰਾਜੀਵ, ਕੀ ਲੱਗਦਾ ਹੈ ਕਿ ਤੜਕਸਾਰੀ ਲੋਕਾਂ ਦੇ ਵਿੱਚ ਵੱਡਾ ਉਤਸ਼ਾਹ ਕਹਿ ਸਕਦੇ ਆ ਨਜ਼ਰ ਆ ਰਿਹਾ ਹੈ? ਖਾਸ ਤੌਰ ਤੇ ਜ਼ਿਮਨੀ ਚੋਣ ਹੈ ਬੇਸ਼ੱਕ, ਪਰ ਸੰਗਰੂਰ ਦੇ ਲੋਕ ਨੇ ਜੋ ਹਮੇਸ਼ਾ ਤੋਂ ਵੇਖਦੇ ਆਏ ਆ ਕਿ ਇੱਕ ਇਤਿਹਾਸ ਹੀ ਰਚਦੇ ਨਜ਼ਰ ਆਏ ਨੇ। ਬਿਲਕੁਲ ਗੁਰਜੋਤ, ਲੋਕਾਂ 'ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਵਕਤ ਅਸੀਂ ਜਿਹੜਾ ਹੈਗਾ ਆ ਕੱਕੜਵਾਲ ਪਿੰਡ ਦੇ ਪ੍ਰਾਇਮਰੀ ਸਕੂਲ ਵਿਖੇ ਮੌਜੂਦ ਹਾਂ, ਜਿੱਥੇ ਕਿ VOTING ਪ੍ਰਕਿਰਿਆ ਜਿਹੜੀ ਹੈਗੀ ਆ ਸ਼ੁਰੂ ਹੋ ਚੁੱਕੀ ਹੈ। ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ, ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਨੇ ਉਹ ਇੱਥੇ ਆਪਣੇ ਮਤਦਾਨ ਦਾ ਇਸਤੇਮਾਲ ਕਰਨ ਲਈ ਇੱਥੇ ਇਕੱਤਰਿਤ ਹੋ ਰਹੇ ਨੇ ਤੇ VOTING ਪ੍ਰਕਿਰਿਆ ਜਿਹੜੀ ਹੈਗੀ ਹੈ ਜਿਹੜੀ ਸਹੀ ਢੰਗ ਨਾਲ ਚੱਲ ਰਹੀ ਹੈ ਤੇ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਦੇ ਹਾਂ। ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਆਮ ਲੋਕਾਂ ਨਾਲ ਕਿ ਕਿੰਨਾ ਕੁ ਉਤਸ਼ਾਹ ਹੈ। ਵੀਰ ਜੀ, ਕੀ ਨਾਮ ਹੈ ਤੁਹਾਡਾ? ਕਿਸ ਤਰ੍ਹਾਂ ਦੇਖਦੇ ਹੋ ਅੱਜ ਤੁਸੀਂ VOTING ਪਾਉਣ ਆਏ ਹੋ? ਕਿਹੜੇ ਮੁੱਦੇ ਜ਼ਿਹਨ 'ਚ ਲੈ ਕੇ ਜਿਹੜੇ ਤੁਸੀਂ VOTING ਪਾਉਣ? ਮੁੱਦੇ ਦਾ ਅਜੇ ਗਾਹਾਂ ਦੱਸਾਂਗੇ, ਮੁੱਦਿਆਂ ਦਾ ਕੀ ਪਤਾ ਲੱਗੂਗਾ। ਅੱਜ ਕੀ ਕਹਿਣਾ ਚਾਹੋਗੇ? ਠੀਕ ਹੈ ਜੀ, ਵੋਟਾਂ ਵਧੀਆ ਪੈਂਦੀਆਂ ਨੇ। VOTING ਪਾਉਣ ਆਏ ਹੋ, VOTING ਕੀ ਲੱਗਦਾ ਕੌਣ ਜਿਹੜਾ ਹੈਗਾ ਇਸ ਸੀਟ ਉੱਪਰ ਜਿਹੜਾ ਕਾਬਜ਼ ਕਰ ਪਾਏਗਾ? ਇਹ ਨਹੀਂ ਪਤਾ ਜੀ, ਕੋਈ ਵੀ ਪਾ ਸਕਦਾ। ਜੀ ਗੁਰਜੋਤ, ਹੋਰ ਵੀ ਲੋਕ ਨੇ ਮੌਜੂਦ ਨੇ, ਤੁਸੀਂ ਦੇਖ ਸਕਦੇ ਹੋ ਇਹ ਲੰਬੀ ਜਿਹੜੀ ਲਾਈਨ ਦੀ ਕਤਾਰ ਹੈ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ ਵੀਰ ਜੀ, ਬਹੁਤ ਵਧੀਆ ਪੈ ਰਹੇ ਨੇ, ਆਉਂ ਸ਼ਾਂਤੀ ਨਾਲ ਪੈ ਰਹੇ ਨੇ। ਕੀ ਲੱਗਦਾ ਕੌਣ ਮੱਲਾ ਮਾਰੂਗਾ? ਦੇਖੋ ਇਹਦਾ ਬਾਅਦ ਹੀ ਪਤਾ ਲੱਗੂਗਾ ਕੌਣ ਮਾਰੂਗਾ। ਸੋ ਗੁਰਜੋਤ, ਇਹ ਤਸਵੀਰਾਂ ਨੇ ਮੇਰੇ ਨਾਲ BLO ਵੀ ਮੌਜੂਦ ਨੇ, ਉਹਨਾਂ ਵੀ ਗੱਲਬਾਤ ਕਰਦੇ ਹਾਂ ਜਿਹੜੇ ਇੱਥੋਂ ਦੇ ਇੰਚਾਰਜ ਨੇ। ਹਾਂਜੀ ਸਰ, ਕਿਸ ਤਰ੍ਹਾਂ ਦੀ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਤੇ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ? ਪ੍ਰਕਿਰਿਆ ਬਹੁਤ ਵਧੀਆ ਚੱਲ ਰਹੀ ਹੈ ਜੀ, ਬਹੁਤ ਉਤਸ਼ਾਹ ਲੋਕਾਂ ਨੂੰ। ਜਿੱਦਾਂ ਪਹਿਲਾਂ ਲੋਕ ਜਾਗਰੂਕ ਨਹੀਂ ਹੈਗੇ ਸੀਗੇ ਤੇ ਹੁਣ ਲੋਕ ਬਹੁਤ ਜਾਗਰੂਕ ਨੇ। ਜਿੱਦਾਂ ਪਹਿਲਾਂ ਇਹ ਪਾਰਲੀਮੈਂਟਰੀ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਸੀ, ਇਹਨਾਂ ਬਾਰੇ ਲੋਕਾਂ ਨੂੰ ਬਿਲਕੁਲ ਨਹੀਂ ਸੀ ਪਤਾ ਹੁੰਦਾ, ਪਰ ਹੁਣ ਜਿੱਦਾਂ ਸਰਪੰਚੀ ਦੀਆਂ ਜਾਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇਗੀਆਂ ਉਦਾਂ ਲੋਕਾਂ ਦੇ ਵਿੱਚ ਪੂਰਾ ਉਤਸ਼ਾਹ ਹੈਗਾ। ਤੁਸੀਂ ਦੇਖਦੇ ਹੋ ਸਵੇਰੇ ਪੂਰੀਆਂ ਯਾਨੀ ਕਿ ਲਾਈਨਾਂ ਲੱਗੀਆਂ ਹੋਈਆਂ ਨੇ, ਯਾਨੀ ਕਿ ਵੀ ਜਿਹੜੀ ਪੋਲਿੰਗ ਆ ਮੇਰੇ ਹਿਸਾਬ ਨਾਲ ਵੀ 70% ਤੋਂ ਵੱਧ ਹੋਏਗੀ ਜੀ। ਹਾਂਜੀ, ਕੋਲਡੀ ਦਾ ਕਿੰਨਾ ਟਾਈਮ ਦੱਸਿਆ ਇੱਥੇ VOTING? ਉਹ ਸਰ 9:30 ਵਜੇ ਕਹਿੰਦੇ ਨੇ ਬੂਥ ਤੇ ਆਉਣਗੇ, ਬਾਕੀ ਉਹਨਾਂ ਦੇ ਆਉਣ ਤੇ ਡਿਪੈਂਡ ਕਰਦਾਗਾ ਵੀ ਕਿੰਨੇ ਵਜੇ ਆਉਂਦੇ ਨੇਗੇ। ਹਾਂਜੀ, ਸੋ ਬਿਲਕੁਲ ਗੁਰਜੋਤ, ਇਹ ਆਪਣਾ ਕੱਕੜਵਾਲ ਪ੍ਰਾਇਮਰੀ ਸਕੂਲ ਦੀਆਂ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਨੇ ਆਪਣੇ ਮਤਦਾਨ ਦਾ ਇਸਤੇਮਾਲ ਕਰਨ ਆਏ ਨੇ। ਜਿਹੜੇ ਕੁੱਲ ਵੋਟਰ ਜਿਹੜੇ ਹੈਗੇ ਨੇ 15,69,240 ਜਿਹੜੇ ਲੋਕ ਨੇ ਇਸ ਸੀਟ ਦਾ ਫੈਸਲਾ ਕਰਨਗੇ ਤੇ ਹੋਰ ਵੀ ਲੋਕ ਸ਼ਾਇਦ ਬੋਲਣਾ ਚਾਹੁੰਦੇ ਨੇ, ਗੱਲਬਾਤ ਕਰਵਾ ਦਿੰਦੇ ਆ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੋਗੇ ਤੁਸੀਂ? ਬਿਲਕੁਲ, ਮੁੱਦੇ ਕੀ ਨੇ, ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਕਰ ਰਹੇ ਨੇ? ਸਰ ਮੁੱਦੇ ਤਾਂ ਭਗਵੰਤ ਮਾਨ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ, ਬਹੁਤ ਮਗਰਮੱਛ ਫੜੇ ਗਏ ਨੇ। ਗੁਰਜੋਤ, ਮੁੱਦੇ ਜਾਣਨ ਦੀ ਕੋਸ਼ਿਸ਼ ਕਰਦੇ ਆ, ਗੱਲਬਾਤ ਕਿਹੜੇ ਮੁੱਦੇ ਜ਼ਿਹਨ 'ਚ ਲੈ ਕੇ ਤੁਸੀਂ VOTING ਕਰਦੇ ਹੋ? ਸਰ ਭਗਵੰਤ ਮਾਨ ਸਾਹਿਬ ਜਿੱਦਾਂ ਕਰਪਸ਼ਨ ਬਹੁਤ ਚੱਕ ਰਹੇ ਨੇ, ਬਹੁਤ ਘਟ ਗਈ ਅੱਗੇ ਨਾਲੋਂ ਤੇ ਕੰਮ ਬਹੁਤ ਵਧੀਆ ਕਰਦੇ ਨੇ ਜੀ। ਸਾਡੇ ਤਾਂ ਇੱਥੇ ਆਮ ਆਦਮੀ ਪਾਰਟੀ ਦਾ ਜ਼ਿਆਦਾ ਜਾਣਾ ਬਹੁਤ ਵਧੀਆ, ਬਹੁਤ ਲੀਡਰ ਜਿੱਤਣਗੇ ਜੀ। ਹਾਂਜੀ ਹਾਂਜੀ, ਹੋਰ ਪਾਰਟੀਆਂ ਦੇ ਕੀ ਸਮੀ ਕਰਨਗੇ? ਸਰ ਹੋਰ ਤਾਂ ਬਹੁਤ ਬੁਰਾ ਹਾਲ ਆ, ਉਹਨਾਂ ਦਾ ਪੋਲਿੰਗ ਹੀ ਨਹੀਂ ਹੈ ਪਿੰਡ ਦੇ ਵਿੱਚ। ਤੁਸੀਂ ਕੀ ਸੋਚਦੇ ਹੋ? ਇਹਦਾ ਮੌਕੇ ਦੀ ਬਤਾ। ਸੋ ਇਹ ਕਹਿ ਰਹੇ ਨੇ ਕਿ ਜਿਹੜੇ ਭਗਵੰਤ ਮਾਨ ਨੇ ਉਹਨਾਂ ਨੇ ਵਧੀਆ ਕੰਮ ਕੀਤੇ ਨੇ ਤੇ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਹੈ। ਗੁਰਜੋਤ, ਤੇ ਹੋਰ ਵੀ ਇੱਕ ਵਾਰ ਫੇਰ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ। ਪੁਲਿਸ ਪ੍ਰਸ਼ਾਸਨ ਦੇ ਇੱਥੇ ਪੁਖਤਾ ਇੰਤਜ਼ਾਮ ਨੇ, ਤੁਸੀਂ ਦੇਖ ਸਕਦੇ ਹੋ। ਪੂਰਾ ਸਿਕਿਉਰਿਟੀ ਚੈੱਕ ਹੋ ਕੇ ਜਿਹੜਾ ਹੈਗਾ ਆ
ਪੂਰੀ ਜਿਹੜੀ VOTING ਦੀ ਪ੍ਰਕਿਰਿਆ ਹੈਗੀ ਹੈ ਉਹ ਬਹੁਤ ਹੀ ਵਧੀਆ ਢੰਗ ਨਾਲ ਹੋ ਰਹੀ ਹੈ ਤੇ ਆਪਾਂ ਕਹਿ ਦਈਏ ਤਾਂ ਕਹਿ ਸਕਦੇ ਹਾਂ ਕਿ ਜਿਹੜੇ 296 ਪੋਲਿੰਗ ਬੂਥ ਨੇ ਉਹ ਸੰਵੇਦਨਸ਼ੀਲ ਐਲਾਨੇ ਗਏ ਨੇ ਤੇ ਇੱਥੇ ਜਿਹੜੇ ਉਮੀਦਵਾਰ ਨੇ ਕਾਂਗਰਸ ਦੇ ਦਲਵੀਰ ਗੋਲਡੀ ਉਹ ਤਕਰੀਬਨ 9:30 ਵਜੇ ਜਿਹੜੀ ਹੈਗੀ ਇੱਥੇ ਵੋਟ ਪਾਉਣ ਆਉਣਗੇ। ਜੀ ਗੁਰਜੋਤ। ਬਿਲਕੁਲ ਇੱਕ ਲੰਬੀ ਕਤਾਰ ਨਜ਼ਰ ਆ ਰਹੀ ਹੈ ਜੋ ਅਸੀਂ ਗੱਲ ਕਰ ਰਹੇ ਸੀ ਕਿ ਵੋਟਰਾਂ ਦੇ ਵਿੱਚ ਪੂਰਾ ਉਤਸ਼ਾਹ ਹੈ। ਤਕਰੀਬਨ 20-25 ਮਿੰਟ ਹੋਏ ਨੇ VOTING ਸ਼ੁਰੂ ਹੋਈ ਨੂੰ ਗੁਰਜੋਤ ਤੇ ਇੱਕ ਲੰਬੀ ਕਤਾਰ ਧੂਰੀ ਦੇ ਵਿੱਚ ਜ਼ਰੂਰ ਨਜ਼ਰ ਆ ਰਹੀ ਹੈ ਜਿੱਥੇ ਲੋਕ ਵੋਟ ਪਾਉਣ ਦੇ ਲਈ ਪਹੁੰਚੇ ਨੇ। ਮੁੱਦਿਆਂ ਦੀ ਗੱਲ ਕਰੀਏ ਤਾਂ ਮੁੱਦੇ ਕੁਝ ਲੋਕ ਕਹਿ ਰਹੇ ਨੇ ਕਿ ਮੁੱਦਿਆਂ ਤੇ ਗੱਲ ਨਹੀਂ ਕਰ ਰਹੇ, ਕਈ ਕਹਿ ਰਹੇ ਨੇ ਕਿ ਫੈਸਲਾ ਅਜੇ 26 ਜੂਨ ਨੂੰ ਪਤਾ ਲੱਗੇਗਾ ਕਿ ਸਾਇਲੈਂਟ ਵੋਟਰ ਕਹਿ ਸਕਦੇ ਆ ਇਹਨਾਂ ਨੂੰ, ਸਾਇਲੈਂਟ ਅਸੀਂ ਵੋਟ ਕਹਿ ਸਕਦੇ ਆ ਕਿਉਂਕਿ ਵਾਕਈ ਜਿਹੜੇ ਮੁੱਦੇ ਨੇ ਉਹ ਦਿਲਾਂ ਦੇ ਵਿੱਚ ਨੇ ਲੋਕਾਂ ਦੇ, ਪਰ ਵੋਟ ਦਾ ਭੁਗਤਾਨ ਕਿੱਥੇ ਹੋਏਗਾ, ਕਦੋਂ ਹੋਏਗਾ, ਇਹ ਬਹੁਤ ਅਹਿਮ ਹੈ। ਜਿਸ ਤਰ੍ਹਾਂ ਦੇ ਨਾਲ ਲਗਾਤਾਰ ਰਾਜੀਵ ਸਾਨੂੰ ਤਸਵੀਰਾਂ ਵੀ ਵਿਖਾ ਰਹੇ ਨੇ ਕਿਉਂਕਿ ਇਹ ਬਹੁਤ ਅਹਿਮ ਹੁੰਦਾ ਹੈ ਕਿ ਆਖਰਕਾਰ ਨਤੀਜੇ ਦੱਸਦੇ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਅਸੀਂ ਵਿਧਾਨ ਸਭਾ ਦੇ ਨਤੀਜੇ ਵੇਖੇ 92 ਸੀਟਾਂ ਦੇ ਨਾਲ ਇੱਕ ਵੱਡੀ ਜਿੱਤ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਹਾਸਲ ਕੀਤੀ ਗਈ ਹੈ। ਤਾਂ ਗੁਰਮੇਲ ਸਿੰਘ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ। ਤਸਵੀਰਾਂ ਘਰਾਚੋ ਦੀਆਂ ਨੇ। ਗੁਰਮੇਲ ਸਿੰਘ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਵਕਾਰ ਦਾ ਸਵਾਲ ਆਮ ਆਦਮੀ ਪਾਰਟੀ ਦੇ ਲਈ ਕਿਉਂਕਿ ਇਹ ਸੀਟ 2 ਵਾਰ ਆਮ ਆਦਮੀ ਪਾਰਟੀ ਨੂੰ ਹਾਸਲ ਹੋਈ। ਭਗਵੰਤ ਮਾਨ 2014 ਚ ਇੱਥੋਂ ਜਿੱਤੇ, 2014 ਚ ਆਮ ਆਦਮੀ ਪਾਰਟੀ ਨੂੰ 4 ਸੀਟਾਂ ਲੋਕ ਸਭਾ ਦੀਆਂ ਪੰਜਾਬ ਤੋਂ ਹਾਸਲ ਹੋਈਆਂ ਸੀ ਲੇਕਿਨ 2019 ਦੇ ਵਿੱਚ ਸਿਰਫ ਇੱਕੋ ਹੀ ਸੀਟ ਸੀ, ਸੰਗਰੂਰ ਦੀ ਸੀਟ ਸੀ ਜਿਸ ਤੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵੱਲੋਂ ਜੇਤੂ ਹੋਏ ਸੀ ਤੇ ਹੁਣ ਜਦੋਂ ਮੁੱਖ ਮੰਤਰੀ ਬਣ ਚੁੱਕੇ ਨੇ ਭਗਵੰਤ ਮਾਨ, ਇਹ ਸੀਟ ਖਾਲੀ ਹੋਈ ਹੈ, ਜ਼ਿਮਨੀ ਚੋਣ ਇਸ ਤੇ ਹੋ ਰਹੀ ਹੈ ਤਾਂ ਇਹ ਹੋਰ ਵੀ ਅਹਿਮ ਹੈ ਆਮ ਆਦਮੀ ਪਾਰਟੀ ਦੇ ਲਈ ਕਿਉਂਕਿ ਇਕਲੌਤੀ ਲੋਕ ਸਭਾ ਸੀਟ ਸੀ ਤੇ ਉਹ ਵੀ ਉਹ ਹਲਕਾ ਹੈ ਜਿੱਥੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਉਹ ਲੋਕ ਸਭਾ ਮੈਂਬਰ ਰਹੇ ਹੋਏ ਨੇ। ਦੂਸਰਾ ਅਸੀਂ ਧੂਰੀ ਦੀਆਂ ਤਸਵੀਰਾਂ ਵਿਖਾ ਰਹੇ ਸੀ। ਧੂਰੀ ਵਿਧਾਨ ਸਭਾ ਹਲਕੇ ਤੋਂ ਭਗਵੰਤ ਮਾਨ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਪਹੁੰਚੇ ਨੇ ਤਾਂ ਦੋਵੇਂ ਜਿਹੜੀਆਂ ਨੇ ਇੰਪੋਰਟੈਂਟ ਤਸਵੀਰਾਂ ਨੇ। ਤਾਂ ਗੁਰਮੇਲ ਸਿੰਘ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ। ਹਰਪਾਲ ਚੀਮਾ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਚੁੱਕੇ ਨੇ। ਵੱਖੋ ਵੱਖਰੇ ਜਿਹੜੇ ਉਮੀਦਵਾਰ ਨੇ ਜਾਂ ਫਿਰ ਵੱਡੇ ਸਿਆਸੀ ਚਿਹਰੇ ਨੇ ਉਹ ਵੀ ਥੋੜੀ ਹੀ ਦੇਰ ਦੇ ਵਿੱਚ ਕੇਵਲ ਢਿੱਲੋਂ, ਬਿਲਕੁਲ ਕੇਵਲ ਢਿੱਲੋਂ ਦੀ ਤਸਵੀਰ ਆ ਗਈ ਹੈ। ਕੇਵਲ ਢਿੱਲੋਂ ਇਸ ਵੇਲੇ ਬੀਜੇਪੀ ਦੇ ਵਿੱਚ ਯਾਨੀ ਕਿ ਬੀਜੇਪੀ ਦੇ ਉਮੀਦਵਾਰ ਨੇ। ਇਸ ਤੋਂ ਪਹਿਲਾਂ ਕਾਂਗਰਸ ਦਾ ਵੱਡਾ ਚਿਹਰਾ ਸਨ ਪਰ ਕਹਿ ਸਕਦੇ ਆ ਕਿ ਇੱਕ ਪੋਜ਼ਿਟਿਵਿਟੀ ਜਿਹੜੀ ਹੈ ਇਹਨਾਂ ਦੇ ਸਮਰਥਕਾਂ ਦੇ ਵਿੱਚ ਔਰ ਇਹਨਾਂ ਦੇ ਵਿੱਚ ਇਸ ਵੇਲੇ ਤਸਵੀਰ ਦੇ ਰਾਹੀਂ ਨਜ਼ਰ ਆ ਰਹੀ ਹੈ। ਇੱਕ ਬਾਡੀ ਲੈਂਗੁਏਜ ਹੁੰਦੀ ਹੈ, ਵਿਕਟਰੀ ਦਾ ਸਾਈਨ ਕਰ ਰਹੇ ਨੇ ਕੇਵਲ ਢਿੱਲੋਂ ਕਿਉਂਕਿ ਇਹਨਾਂ ਦੀ ਗੱਲ ਕੀਤੀ ਜਾਵੇ ਤਾਂ ਪੁਰਾਣੇ ਕਾਂਗਰਸੀ ਸੀਗੇ। ਵੱਡਾ ਇਹਨਾਂ ਦਾ ਕਹਿ ਸਕਦੇ ਆ ਕਿ ਇੱਥੇ ਆਧਾਰ ਹੈ ਜੇਕਰ ਗੱਲ ਕੀਤੀ ਜਾਵੇ ਸੰਗਰੂਰ ਹਲਕੇ ਦੀ ਜਾਂ ਬਰਨਾਲਾ ਹਲਕੇ ਦੀ। ਸੋ ਸਿੱਧੇ ਤੌਰ ਤੇ ਹੁਣ ਉਮੀਦਵਾਰ ਜਿਹੜੇ ਨੇ ਕੇਵਲ ਢਿੱਲੋਂ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਬੀਜੇਪੀ ਤੋਂ ਨੇ। ਹਾਲਾਂਕਿ ਜੇਕਰ ਗੱਲ ਕੀਤੀ ਜਾਏ 2019 ਦੀ ਤਾਂ ਉਸ ਵੇਲੇ ਵੀ ਚੋਣ ਮੁਕਾਬਲਾ ਜਿਹੜਾ ਇਹਨਾਂ ਦੇ ਵੱਲੋਂ ਕਾਂਗਰਸ ਤੋਂ ਲੋਕ ਸਭਾ ਦਾ ਲੜਿਆ ਗਿਆ ਸੀ ਪਰ ਦੂਸਰੇ ਨੰਬਰ ਤੇ ਰਹੇ ਸੀ ਯਾਨੀ ਕਿ ਬਹੁਤ ਵੱਡਾ ਫਰਕ ਜਿਹੜਾ ਹੈ ਉਹ ਨਜ਼ਰ ਨਹੀਂ ਆਇਆ ਪਰ ਦੂਸਰੇ ਨੰਬਰ ਤੇ ਜੇਤੂ ਰਹੇ ਸਨ ਕੇਵਲ ਢਿੱਲੋਂ ਉਸ ਵੇਲੇ ਕਾਂਗਰਸ ਤੋਂ। ਪਰ ਹੁਣ ਬੀਜੇਪੀ ਤੋਂ ਉਮੀਦਵਾਰ ਨੇ ਤਾਂ ਵੱਡਾ ਇਹਨਾਂ ਨੂੰ ਕਹਿ ਸਕਦੇ ਆ ਕਿ ਹੌਸਲਾ ਹੈ, ਉਹਨਾਂ ਨੂੰ ਲੱਗਦਾ ਹੈ ਕਿ ਵੋਟਰਾਂ ਦੇ ਹੱਕ 'ਚ ਭੁਗਤਾਨ ਕਰਨਗੇ ਤਾਂ ਇਹ ਤਸਵੀਰ ਸਾਹਮਣੇ ਆਈ ਹੈ। ਬਿਲਕੁਲ ਤਾਂ ਕੇਵਲ ਢਿੱਲੋਂ ਬੀਜੇਪੀ ਦੇ ਉਮੀਦਵਾਰ ਨੇ। ਪਿਛਲੇ ਦਿਨੀ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸੀ ਤੇ ਬੀਜੇਪੀ ਨੇ ਅਗਲੇ ਹੀ ਦਿਨ ਉਹਨਾਂ ਨੂੰ ਲੋਕ ਸਭਾ ਦੇ ਜ਼ਿਮਨੀ ਚੋਣ ਦੇ ਲਈ ਉਮੀਦਵਾਰ ਐਲਾਨ ਦਿੱਤਾ ਸੀ ਤਾਂ ਵੱਡਾ ਮੁਕਾਬਲਾ ਜਿਹੜਾ ਹੈ ਉਹ ਸੰਗਰੂਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਕੇਵਲ ਢਿੱਲੋਂ ਦੇ ਲਈ ਅਸੀਂ ਪਿਛਲੇ ਦਿਨੀ ਦੇਖਿਆ ਕਿ ਬੀਜੇਪੀ ਦੇ ਵੱਡੇ ਆਗੂ ਪ੍ਰਚਾਰ ਕਰਦੇ ਨਜ਼ਰ ਆਏ। ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸੰਗਰੂਰ ਦੇ ਵਿੱਚ ਡੇਰਾ ਲਗਾ ਕੇ ਬੈਠੇ ਰਹੇ ਨੇ, ਸੰਗਰੂਰ ਦੇ ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਆਏ, ਪਿੰਡਾਂ ਦੀਆਂ ਸੱਥਾਂ 'ਚ ਤਾਸ਼ ਖੇਡਦੇ ਨਜ਼ਰ ਆਏ। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਇਹਨਾਂ ਦੇ ਲਈ ਪ੍ਰਚਾਰ ਕਰਨ ਦੇ ਲਈ ਪਹੁੰਚੇ ਸੀ ਤਾਂ ਬੀਜੇਪੀ ਦਾ ਕੀ ਵੋਟ ਸ਼ੇਅਰ ਰਹਿੰਦਾ ਹੈ ਕਿ ਬੀਜੇਪੀ ਇਥੋਂ ਜਿੱਤ ਹਾਸਲ ਕਰੇਗੀ ਕਿਉਂਕਿ ਦਾਅਵੇ ਸਾਰਿਆਂ ਦੇ ਵੱਲੋਂ ਕੀਤੇ ਜਾ ਰਹੇ ਨੇ, ਚਾਹੇ ਉਹ ਆਮ ਆਦਮੀ ਪਾਰਟੀ ਹੋਏ, ਚਾਹੇ ਕਾਂਗਰਸ ਹੋਏ, ਚਾਹੇ ਬੀਜੇਪੀ ਹੋਏ, ਚਾਹੇ ਅਕਾਲੀ ਦਲ ਹੋਏ, ਚਾਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਏ। ਸਿਮਰਨਜੀਤ ਸਿੰਘ ਮਾਨ ਵੀ ਆਪਣੀ ਜਿੱਤ ਦਾ ਦਾਅਵਾ ਠੋਕ ਰਹੇ ਨੇ ਤਾਂ ਹਰ ਇੱਕ ਤਸਵੀਰ ਅਸੀਂ ਨਿਊਜ਼ 18 ਪੰਜਾਬ ਦੇ ਉੱਤੇ ਆਪਣੇ ਦਰਸ਼ਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਤਸਵੀਰਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ, ਹਰ ਇੱਕ ਕੈਂਡੀਡੇਟ ਜੋ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਰਿਹਾ ਜਾਂ ਫਿਰ ਵੱਡੇ ਸਿਆਸੀ ਆਗੂ वोट हक का इस्तेमाल करके की कुछ कह रहे हैं। हर एक तस्वीर न्यूज़ 18 पंजाब कि आज मतदान है, मत का दान, अपना वोट का अधिकार एक बहुत बड़ा अधिकार है, इसकी जरूर बरतों करें और सभी जाकर मेरी बहनों को, भाइयों को, बुजुर्गों को, वीरों को सबको बेनती करता हूं कि अमन शांति अपने सूबे दे लई और आर्थिक हालत नूं देखदे होए नाल दे नाल अपने इस संगरूर पार्लीमेंट नूं ਇਹ महापंचायत ਦੀ इलैक्शन है ਜਿਹਦੇ 'ਚ ਆਪਾਂ पार्लीमेंट ਨੂੰ ਦੇਖਦੇ ਹੋਏ ਕਿ ਆਪਣੇ ਲਈ ਵੱਧ ਤੋਂ ਵੱਧ ਕਿਹੜਾ ਉਮੀਦਵਾਰ ਕੰਮ ਕਰ ਸਕਦਾ है उस उम्मीदवार ਦੀ ਚੋਣ करो ये बेनती करता सर। क्या मुद्दे हैं आपके लिए? देखो जी, हमारा
मेरा सबसे बड़ा मुद्दा जो है इस वेले कानून व्यवस्था, अमन शांति। पंजाब में अमन शांति बिल्कुल भंग हो चुकी है। लोग बहुत से डरे हुए हैं, हर रोज़ कत्लेआम हो रहा है, लोग अपने आप को सेफ महसूस नहीं कर रहे। तो दूसरी हमारी जो आर्थिक हालत है वो बहुत बुरी तरह ख़त्म हो चुकी है। लोगों को चिंता है कि इसका सिर्फ के सिर्फ जो ठीक कर सकती है वो केंद्र सरकार नरेंद्र मोदी जी की भारतीय जनता पार्टी वो ही कर सकती है। अपने भविष्य ਨੂੰ देखते हुए ताकि बड़े बड़े प्रोजेक्ट आ सकन, ਵੱਡੀਆਂ ਇੱਥੇ ਆਪਣਾ ਇੰਡਸਟਰੀ ਆ ਸਕੇ, ਵੱਡੇ ਪ੍ਰੋਜੈਕਟ ਆ ਸਕਣ। ਆਪਣੇ ਇਸ ਸੂਬੇ ਦੇ ਵਿੱਚ ਖਾਸ ਕਰਕੇ ਸੰਗਰੂਰ ਪਾਰਲੀਮੈਂਟ ਦੇ ਵਿੱਚ ਵਿਕਾਸ ਹੋ ਸਕੇ ਔਰ ਵੱਡੇ ਵੱਡੇ ਪ੍ਰੋਜੈਕਟ ਲਿਆ ਸਕੀਏ। ਇਸ ਕਰਕੇ ਕੇਂਦਰ ਦਾ ਜਿਹੜਾ ਨੁਮਾਇੰਦਾ ਹੈ, ਬਾਕੀ ਜਿਹੜੇ ਨੁਮਾਇੰਦਿਆਂ ਨੂੰ ਤੁਸੀਂ ਵੋਟ ਪਾਓਗੇ ਉਹ ਕੇਂਦਰ ਦੇ ਨੁਮਾਇੰਦੇ ਨਹੀਂ, ਉਹ ਕੁਝ ਲਿਆ ਨਹੀਂ ਸਕਦੇ। ਜੇ ਆਪਾਂ ਕੇਂਦਰ ਦੇ ਵੋਟ ਪਾਵਾਂਗੇ ਜਿਹਦਾ ਕਿ ਨਿਸ਼ਾਨ ਕਮਲ ਦਾ, ਉਸ ਨੂੰ ਵੋਟ ਪਾਓ ਤਾਂ ਕਿ ਤੁਹਾਡੇ ਲਈ ਕੁਝ ਲਿਆ ਸਕੇ। चीफ मिनिस्टर आपके खिलाफ जो कैंडिडेट खड़ा है एकदम आम आदमी पार्टी का है, चीफ मिनिस्टर खुद यहाँ पे पहले जीते हुए थे, कितनी बड़ी टक्कर है? देखो ऐसा है कि लोगों ने 3 महीने पहले बहुत बड़ा मैंडेट दिया था, जो उनको फतवा दिया था, लोग उससे बहुत निराश हैं। 3 महीने में कानून व्यवस्था और आर्थिक हालत, हर रोज़ मर्डर, लोगों को फिरौती मांग रहे हैं, लोगों से पैसे मांग रहे हैं, लोगों को अगवा कर रहे हैं। तो इसलिए लोग आज बहुत डरे हुए हैं पंजाब के। उसकी कानून व्यवस्था को ठीक करने के लिए, आर्थिक हालत को ठीक करने के लिए हमें वोट करनी चाहिए। ਸੋ ਬਿਲਕੁਲ ਦਾਵਾ ਕੇਵਲ ਢਿੱਲੋਂ ਦੇ ਵੱਲੋਂ ਕੀਤਾ ਗਿਆ ਕਿ ਜਿਹੜਾ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਦੇ ਨਾਲ ਡਗਮਗਾਈ ਹੋਈ ਹੈ, ਤਾਂ ਇਸੇ ਦੇ ਹੀ ਮੁੱਦੇ ਤੇ ਜਿਹੜਾ ਵੋਟ ਹੈ ਲੋਕਾਂ ਦੇ ਵੱਲੋਂ ਭੁਗਤਾਈ ਜਾਵੇ। ਯਾਨੀ ਕਿ ਪਿਛਲੇ ਦਿਨਾਂ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਰਾਜਪਾਲ ਤੱਕ ਮੰਗ ਪੱਤਰ ਜਿਹੜਾ ਬੀਜੇਪੀ ਦੇ ਵੱਲੋਂ ਬਾਕੀ ਪਾਰਟੀਆਂ ਦੇ ਵੱਲੋਂ ਦਿੱਤੇ ਗਏ ਸਨ, ਇੱਕ ਵੱਡਾ ਮੁੱਦਾ ਪਿਛਲੇ ਦਿਨਾਂ ਦੇ ਵਿੱਚ ਰਿਹਾ। ਬਿਲਕੁਲ ਕਾਨੂੰਨ ਵਿਵਸਥਾ ਦਾ ਮੁੱਦਾ ਸਾਰੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਿਰੋਧ ਦੇ ਵਿੱਚ ਇਸ ਨੂੰ ਵਰਤ ਰਹੀਆਂ ਨੇ। ਆਮ ਆਦਮੀ ਪਾਰਟੀ ਇਸ ਵੇਲੇ ਸੱਤਾ ਦੇ ਵਿੱਚ ਹੈ ਪੰਜਾਬ ਦੇ ਵਿੱਚ, ਤਕਰੀਬਨ 3 ਮਹੀਨੇ ਆਮ ਆਦਮੀ ਪਾਰਟੀ ਨੂੰ ਹੋ ਚੁੱਕੇ ਨੇ ਤੇ ਹੁਣ ਜਿਹੜਾ ਕਾਨੂੰਨ ਵਿਵਸਥਾ ਦਾ ਮੁੱਦਾ ਹੈ, ਕਿਉਂਕਿ ਜੋ ਘਟਨਾਵਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵਾਪਰੀਆਂ ਉਸ ਤੋਂ ਬਾਅਦ ਇਹ ਲਗਾਤਾਰ ਮੁੱਦਾ ਉੱਠਿਆ ਤੇ ਹੁਣ ਇਸ ਜ਼ਿਮਨੀ ਚੋਣ ਦੇ ਵਿੱਚ ਵੀ ਇਸ ਨੂੰ ਇੱਕ ਵੱਡਾ ਮੁੱਦਾ ਸਾਰੀਆਂ ਵਿਰੋਧੀ ਧਿਰਾਂ ਨੇ ਬਣਾਇਆ ਹੈ। ਕਾਨੂੰਨ ਵਿਵਸਥਾ ਦਾ ਮੁੱਦਾ ਖਾਸ ਕਰਕੇ ਚੁੱਕਿਆ ਜਾ ਰਿਹਾ ਹੈ ਤੇ ਕੇਵਲ ਢਿੱਲੋਂ ਵੀ ਉਹੀ ਜ਼ਿਕਰ ਕਰ ਰਹੇ ਨੇ। ਕੇਵਲ ਢਿੱਲੋਂ ਜੋ ਹੁਣ ਬੀਜੇਪੀ ਦੇ ਉਮੀਦਵਾਰ ਨੇ, ਵੋਟ ਹੱਕ ਦਾ ਭੁਗਤਾਨ ਕੀਤਾ ਹੈ ਆਪਣੇ ਪਰਿਵਾਰ ਦੇ ਸਮੇਤ ਤੇ ਉਹਨਾਂ ਦੇ ਵੱਲੋਂ ਵੀ ਲੋਕਾਂ ਨੂੰ ਇਸੇ ਮੁੱਦੇ ਦੇ ਉੱਤੇ ਤੇ ਨਾਲ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੈ ਪੰਜਾਬ ਇਸ ਵੇਲੇ, ਇਸ ਮੁੱਦੇ ਤੇ ਵੋਟ ਕਰਨ ਦੀ ਅਪੀਲ ਉਹਨਾਂ ਨੇ ਕੀਤੀ ਹੈ। ਦੇਖੋ ਲਗਾਤਾਰ ਤਸਵੀਰਾਂ ਵਿਖਾ ਰਿਹਾ, ਖਾਸ ਤੌਰ ਤੇ ਜਿਹੜੇ ਵੱਡੇ ਲੀਡਰ ਨੇ, ਕਹਿ ਲਈਏ ਉਮੀਦਵਾਰ ਜਿਹੜੇ ਨੇ, 2 ਉਮੀਦਵਾਰ ਆਪਣੇ ਵੋਟ ਦਾ ਭੁਗਤਾਨ ਕਰ ਚੁੱਕੇ ਨੇ। ਗੁਰਮੇਲ ਸਿੰਘ ਆਮ ਆਦਮੀ ਪਾਰਟੀ ਤੋਂ ਤੇ ਬੀਜੇਪੀ ਤੋਂ ਕੇਵਲ ਢਿੱਲੋਂ ਦੇ ਵੱਲੋਂ ਆਪਣੇ ਵੋਟ ਦਾ ਭੁਗਤਾਨ ਆਪਣੇ ਪਰਿਵਾਰ ਦੇ ਸਮੇਤ ਕਰ ਦਿੱਤਾ ਗਿਆ ਔਰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕ ਸਾਰੇ ਬਾਹਰ ਨਿਕਲਣ ਤੇ ਆਪਣੀ ਵੋਟ ਦਾ ਭੁਗਤਾਨ ਕਰਨ। ਤਾਂ ਹੁਣ ਤੇ ਇੰਤਜ਼ਾਰ ਇਹ ਵੀ ਹੈ, ਦਲਵੀਰ ਗੋਲਡੀ ਕਾਂਗਰਸ ਤੋਂ ਸਮਾਂ ਦੱਸਿਆ ਜਾ ਰਿਹਾ 9:30 ਵਜੇ ਦੇ ਕਰੀਬ ਆਪਣੀ ਵੋਟ ਦਾ ਭੁਗਤਾਨ ਕਰਨਗੇ। ਉਧਰ ਕਮਲਦੀਪ ਕੌਰ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ, ਸੋ ਉਹਨਾਂ ਤੇ ਵੀ ਨਜ਼ਰ ਰਹੇਗੀ। ਬਾਕੀ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਨੇ ਉਹ ਪਹੁੰਚਦੇ ਨੇ, ਕਿਉਂਕਿ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਵੱਲੋਂ ਜਿਹੜਾ ਉਹ ਜਿੱਤ ਹਾਸਲ ਕੀਤੀ ਗਈ ਸੀ, ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਨ, ਪਰ ਇਸ ਵੇਲੇ ਉਹ ਵੱਖਰੇ ਤੌਰ ਤੇ ਨੇ। 2022 ਦੇ ਵਿੱਚ ਤਾਂ ਬੀਜੇਪੀ ਦੇ ਨਾਲ ਰਲ ਕੇ ਉਹਨਾਂ ਦੇ ਵੱਲੋਂ ਚੋਣ ਲੜੀ ਗਈ ਸੀ, ਸੋ ਉਹਨਾਂ ਤੇ ਵੀ ਨਜ਼ਰ ਹੈ ਔਰ ਉਹਨਾਂ ਦੇ ਵੱਲੋਂ ਇੱਕ ਵੱਖਰੇ ਪੱਧਰ ਤੇ ਆਪਣਾ ਇੱਕ ਔਰਾ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਰਾਜੋਆਣਾ ਦੇ ਭੈਣ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ। ਤਸਵੀਰਾਂ ਦਿਖਾ ਰਹੇ ਲਗਾਤਾਰ। ਤਾਂ ਬਿਲਕੁਲ 3 ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਨੇ। ਗੁਰਮੇਲ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ ਆਪਣੇ ਪਰਿਵਾਰ ਦੇ ਨਾਲ ਜਾ ਕੇ। ਘਰਾਚੋਂ ਦੀ ਇਹ ਤਸਵੀਰ ਹੈ। ਹਰਪਾਲ ਚੀਮਾ ਨੇ ਆਪਣੇ ਪਿੰਡ ਚੀਮਾ ਦੇ ਵਿੱਚ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ। ਕੈਬਨਿਟ ਮੰਤਰੀ ਨੇ, ਖਜ਼ਾਨਾ ਮੰਤਰੀ ਨੇ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ, ਪਹਿਲਾਂ ਵਿਰੋਧੀ ਧਿਰ ਦੇ ਆਗੂ ਵੀ ਰਹਿ ਚੁੱਕੇ ਨੇ, ਉਹਨਾਂ ਦੇ ਵੱਲੋਂ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਗਿਆ ਹੈ। ਕੇਵਲ ਢਿੱਲੋਂ ਬੀਜੇਪੀ ਦੇ ਉਮੀਦਵਾਰ ਨੇ, ਕਾਂਗਰਸ ਦੇ ਵੱਡੇ ਆਗੂ ਰਹੇ ਨੇ, ਕਾਂਗਰਸ ਤੋਂ ਸਾਬਕਾ ਵਿਧਾਇਕ ਅਸੀਂ ਕਹਿ ਸਕਦੇ ਹਾਂ, ਵਿਧਾਇਕ ਰਹੇ ਨੇ ਕਾਂਗਰਸ ਤੋਂ, ਬਰਨਾਲਾ ਤੋਂ ਤੇ ਹੁਣ ਇਸ ਵਾਰ ਬੀਜੇਪੀ ਦੇ ਉਮੀਦਵਾਰ ਨੇ। ਲੋਕ ਸਭਾ ਜ਼ਿਮਨੀ ਚੋਣ ਦੇ ਲਈ ਬੀਜੇਪੀ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਉਹਨਾਂ ਨੇ ਵੀ ਪਰਿਵਾਰ ਸਮੇਤ ਜਾ ਕੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ। ਤਾਂ ਹਰ ਇੱਕ ਤਸਵੀਰ ਨਿਊਜ਼ 18 ਪੰਜਾਬ ਦੇ ਉੱਤੇ ਅਸੀਂ ਆਪਣੇ ਦਰਸ਼ਕਾਂ ਨੂੰ ਵਿਖਾ ਰਹੇ ਹਾਂ। ਜਿਵੇਂ ਜਿਵੇਂ ਜਿਹੜੇ ਉਮੀਦਵਾਰ ਨੇ ਜਾਂ ਫਿਰ ਜਿਹੜੇ ਵੱਡੇ ਸਿਆਸੀ ਆਗੂ ਨੇ ਉਹ ਪਹੁੰਚ ਰਹੇ ਨੇ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ, ਤੇ ਇਹ ਵੀ ਹਰ ਇੱਕ ਤਸਵੀਰ ਅਸੀਂ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਪੂਰਾ ਦਿਨ ਕਿ ਜਿਹੜੇ ਵੋਟਰ ਨੇ ਉਹਨਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ, ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕ ਵੋਟ ਕਰਨਗੇ। ਬਿਲਕੁਲ ਲਗਾਤਾਰ ਤਸਵੀਰਾਂ ਤੇ ਨਜ਼ਰ ਹੈ ਔਰ ਖਾਸ ਤੌਰ ਤੇ
ਵੱਖੋ-ਵੱਖ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਪਹੁੰਚ ਰਹੇ ਨੇ। ਲੋਕਾਂ ਦੇ ਵਿੱਚ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਬਰਨਾਲਾ ਤੋਂ ਆਸ਼ੀਸ਼ ਸ਼ਰਮਾ ਨੇ ਸਾਡੇ ਨਾਲ ਗੱਲਬਾਤ ਦੇ ਲਈ और की कुछ तस्वीर है मौके ते देखते हैं। आशीष, जेकर आवाज पहुंच पा रही है, जानना चाहांगे आधे घंटे का करीब समा हो चुका है वोटिंग शुरू होए इत्थों दा की कुछ माहौल है? जी गुरजोत, दिखाना चाहूंगा बरनाला के SD कॉलेज में अज लोक सभा हल्का संगरूर जिमनी चोणों लैके जिथे खुद उम्मीदवार ने केवल सिंह ढिल्लों भाजपा के उम्मीदवार ने अज वोट पाण आए ने अपने परिवार समेत। दोनों बेटे उन्होंने धर्म पत्नी नाल ने उत्थे जिथे अज इत्थे वोट पाण पहुंचे ने। अज उत्साह देखने को मिल रहा है। बाकी वोटर भी सवेरे 8 बजे तो पहला इत्थे आना शुरू हो चुके सी, पर ਵੱਖ-ਵੱਖ बूथ सजाए गए ने। 4 ਜਿਹੜੇ पिंक बूथ भी बनाए गए ने ਵੱਖ-ਵੱਖ ਥਾਵਾਂ ਤੇ जो बंदोबस्त किए गए ने इलैक्शन कमीशन ਵੱਲੋਂ। ਤੇ ਇੱਥੇ ਜਿਸ ਤਰ੍ਹਾਂ ਦਿਖਾਵਾਂਗੇ ਥੋੜੀ ਦੇਰ ਚ ਕੇਵਲ ਸਿੰਘ ਢਿੱਲੋਂ ਬਾਹਰ ਨਿਕਲ ਕੇ ਆ ਰਹੇ ਨੇ। ਸਾਡੇ ਨਾਲ ਉਹਨਾਂ ਗੱਲ ਵੀ ਕਰਾਂਗੇ ਤੇ ਜਿਹੜੇ ਅੱਜ ਉਮੀਦਵਾਰ ਵੀ ਨੇ ਉੱਥੇ ਪਹੁੰਚੇ ਨੇ। ਤੇ ਵੱਡੀ ਗੱਲ ਹੈ ਕਿ ਜਿੱਥੇ ਅੱਜ ਇੱਥੇ ਕੇਵਲ ਸਿੰਘ ਢਿੱਲੋਂ ਇੱਥੇ SD ਕਾਲਜ ਵਿੱਚ ਇੱਥੇ ਆਪਣੇ ਪਰਿਵਾਰ ਸਮੇਤ ਵੋਟ ਪਾਣ ਪਹੁੰਚੇ ਨੇ ਉਮੀਦਵਾਰ ਨੇ। ਇਸ ਤੋਂ ਬਾਅਦ ਇਹਨਾਂ ਨੇ ਵੱਖ-ਵੱਖ ਏਰੀਏ 'ਚ ਜਿੱਥੇ ਵੋਟਿੰਗ ਹੋ ਰਹੀ ਉੱਥੇ ਇਹਨਾਂ ਨੇ ਆਪਦੇ ਜਿਹੜੇ ਬੂਥ ਲੱਗੇ ਨੇ ਵੋਟ ਪ੍ਰਚਾਰ ਵਾਸਤੇ ਵੀ ਉੱਥੇ ਜਾਣਾ ਹੈ ਤੇ ਪਰਿਵਾਰ ਸਮੇਤ ਇੱਥੇ ਪਹੁੰਚੇ ਨੇ। ਹੋਰ ਵੋਟਰ ਵੀ ਇੱਥੇ ਵੋਟ ਪਾਣ ਪਹੁੰਚ ਰਹੇ ਨੇ। ਇਹਨਾਂ ਵੱਲੋਂ ਅਪੀਲ ਵੀ ਕੀਤੀ ਗਈ ਹਰ ਇੱਕ ਵੋਟਰ ਨੂੰ ਸੰਗਰੂਰ ਦੇ ਲੋਕ ਸਭਾ ਹਲਕਾ ਸੰਗਰੂਰ ਦੇ ਕਿ ਹਰ ਉਮੀਦਵਾਰ ਆਪਣੇ ਵੋਟ ਪਾਣ, ਆਪਣੇ ਵੋਟ ਦਾ ਹੱਕ ਅਦਾ ਕਰਨ। ਜਿਹੜੀ ਕਿ ਵੋਟ ਪਾਣਾ ਹਰ ਇੱਕ ਦਾ ਇੱਕ ਜ਼ਿੰਮੇਵਾਰੀ ਬਣਦੀ ਹੈ। ਤੇ ਉਸ ਨੂੰ ਲੈ ਕੇ ਅੱਜ ਇੱਥੇ ਕੇਵਲ ਸਿੰਘ ਢਿੱਲੋਂ ਆਪਦੇ ਪਰਿਵਾਰ ਸਮੇਤ ਇੱਥੇ ਪਹੁੰਚੇ ਨੇ। ਤੇ ਮੈਂ ਦਿਖਾਣਾ ਚਾਹੂੰਗਾ ਇੱਥੇ ਜਿੱਥੇ ਸਾਈਡ ਤੇ ਕੁਝ ਇੱਥੇ ਜਿਹੜੇ ਸਟਾਫ ਵੀ ਬੈਠੇ ਨੇ, ਜਿਹੜੇ ਇੱਥੇ ਲੋਕ ਵੀ ਪਹੁੰਚੇ ਨੇ ਜਿਹੜੇ ਵੋਟ ਪਾਉਣ ਵਾਸਤੇ ਆਏ ਨੇ ਤੇ ਇੱਥੇ ਉਡੀਕ ਕਰ ਰਹੇ ਨੇ। ਸਾਰੇ ਆਪਦੇ ਇੱਥੇ ਬੰਦੋਬਸਤ ਕੀਤੇ ਗਏ ਨੇ, ਟੈਂਟ ਲਗਾ ਕੇ, ਕੂਲਰ ਲਗਾ ਕੇ। ਜਿਹੜੇ ਬਾਹਰ ਵੋਟਰ ਆ ਰਹੇ ਨੇ ਉਹਨਾਂ ਦੇ ਇੱਥੇ ਬੈਠਣ ਬੰਦੋਬਸਤ ਵੀ ਕੀਤਾ ਗਿਆ ਹੈ। ਤੇ ਉੱਥੇ ਹੀ ਸਰਦਾਰ ਕੇਵਲ ਸਿੰਘ ਢਿੱਲੋਂ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਥੋੜੀ ਦੇਰ। ਉਹ ਵੀ ਆ ਰਹੇ ਨੇ, ਆਪਦੇ ਪਰਿਵਾਰ ਸਮੇਤ ਨਿਕਲ ਕੇ ਬਾਹਰ ਆਏ ਨੇ। ਤੇ ਜਿਹੜਾ ਅੱਜ ਉਹਨਾਂ ਨੇ ਅਪੀਲ ਵੀ ਕੀਤੀ ਹੈ ਵੋਟ ਪਾਉਣ ਦੀ। ਤੇ ਕੇਵਲ ਸਿੰਘ ਢਿੱਲੋਂ ਪਹੁੰਚ ਗਏ ਨੇ, ਅੱਜ ਉਹਨਾਂ ਨਾਲ ਗੱਲ ਕਰਾਂਗੇ। ਇੱਕ ਮਿੰਟ ਢਿੱਲੋਂ ਸਾਹਿਬ, ਅੱਜ ਤੁਸੀਂ ਇੱਥੇ ਵੋਟ ਪਾਉਣ ਆਏ ਪਰਿਵਾਰ ਸਮੇਤ, ਕੀ ਕਹਿਣਾ ਚਾਹੋਗੇ? ਬਹੁਤ ਲੋਕਾਂ ਦਾ ਉਤਸ਼ਾਹ ਜੀ। ਮੈਂ ਦੇਖਦਾ, ਮੈਂ ਸਾਰੇ ਸੰਗਰੂਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਅੱਜ ਜਿਹੜਾ ਵੋਟ ਦਾ ਅਧਿਕਾਰ ਆ ਉਹ ਬਿਲਕੁਲ ਵੋਟ ਦਾ ਅਧਿਕਾਰ ਕਰਨ। ਕਿ ਜਿਹੜਾ ਮਤਦਾਨ ਆ ਉਹਨੂੰ ਮਤ ਸੋਚ ਕੇ ਆਪਾਂ ਉਸ ਉਮੀਦਵਾਰ ਨੂੰ, ਜਿੰਨੇ ਉਮੀਦਵਾਰਾਂ ਵਿੱਚੋਂ ਉਹਨੂੰ ਚੁਣ ਕੇ ਭੇਜੀਏ ਜਿਹੜਾ ਕੇਂਦਰ ਦੇ ਵਿੱਚ ਆਪਣੇ ਪੰਜਾਬ ਦੇ ਲਈ, ਸੂਬੇ ਦੇ ਲਈ ਔਰ ਇਸ ਇਲਾਕੇ ਦੇ ਲਈ ਕੁਝ ਲਿਆ ਸਕੇ। ਬਿਕਾਜ਼ ਜਿਹੜੀ ਇਹ ਇਲੈਕਸ਼ਨ ਆ ਇਹ ਕੇਂਦਰ ਦੀ ਆ। ਜਿਹੜਾ ਮੈਂਬਰ ਚੁਣਿਆ ਜਾਣਾ ਉਹ ਕੇਂਦਰ ਦੀ ਸਰਕਾਰ ਦਾ ਹਿੱਸਾ ਬਣਨਾ। ਕੇਂਦਰ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈਗੀ ਆ। ਸੋ ਜੇ ਆਪਾਂ ਉਹਨਾਂ ਨਾਲ ਜੁੜਾਂਗੇ 2024 ਨੂੰ ਇਲੈਕਸ਼ਨ ਦੇਖਦੇ ਹੋਏ ਆਪਣੇ ਕੋਲ 2 ਸਾਲ ਆ। ਸੋ 2 ਸਾਲਾਂ ਵਿੱਚ ਆਪਾਂ ਉਹਨਾਂ ਤੋਂ ਪਹਿਲਾਂ 2024 ਤੋਂ ਪਹਿਲਾਂ ਫਿਰ 5 ਸਾਲ ਮਿਲ ਜਾਣੇ, ਆਪਾਂ ਨੂੰ 7 ਸਾਲ ਮਿਲਣੇ ਆ। ਜੋ ਆਪਾਂ ਮੰਗਾਂਗੇ ਕੇਂਦਰ ਦੇਗਾ। ਜਿਹੜੇ ਪਹਿਲਾਂ ਆਪਾਂ ਉਮੀਦਵਾਰ ਭੇਜਦੇ ਰਹੇ ਆ ਉਹ ਲੋਕੀ ਗਲਤੀ ਕਰਦੇ ਰਹੇ, ਉਸ ਵੇਲੇ ਇਹ ਕੇਂਦਰ ਸਰਕਾਰ ਨਹੀਂ ਸੀ। ਮੈਂ ਬੇਨਤੀ ਕਰਦਾ ਸਾਰੇ ਹੀ ਮੇਰੇ ਇੱਥੋਂ ਦੇ ਵੋਟਰਾਂ ਨੂੰ, ਸਪੋਰਟਰਾਂ ਨੂੰ, ਆਪਣੇ ਸੰਗਰੂਰ ਪਾਰਲੀਮੈਂਟ ਦੇ ਕਿ ਇਸ ਵਿੱਚ ਉਸ ਉਮੀਦਵਾਰ ਨੂੰ ਵੋਟ ਪਾਓ ਜਿਹੜਾ ਕੇਂਦਰ ਸਰਕਾਰ ਦਾ ਹਿੱਸਾ ਬਣ ਸਕੇ ਔਰ ਆਪਣੇ ਲਈ ਵੱਡੇ ਵੱਡੇ ਪ੍ਰੋਜੈਕਟ, ਜਿਵੇਂ ਮੈਂ 에ਅਰਪੋਰਟ ਮੰਗਿਆ, ਇੰਟਰਨੈਸ਼ਨਲ 에ਅਰਪੋਰਟ ਮੁੱਖ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖਿਆ। ਉਹਨਾਂ ਨੇ ਮੇਰੀ ਗੱਲ ਮੰਨ ਕੇ ਉਹਨਾਂ ਨੇ ਸਿੰਧੀਆ ਸਾਹਿਬ ਨੂੰ ਚਿੱਠੀ ਭੇਜੀ ਔਰ ਮੈਨੂੰ ਸਿਵਲ ਐਵੀਏਸ਼ਨ ਦੇ ਮਿਨਿਸਟਰ ਸਿੰਧੀਆ ਸਾਹਿਬ ਦੀ ਚਿੱਠੀ ਆ ਚੁੱਕੀ ਆ ਕਿ ਇਸ ਇਲਾਕੇ ਦੇ ਵਿੱਚ ਤੁਸੀਂ ਸਾਨੂੰ ਡਿਟੇਲ 'ਚ ਪ੍ਰਪੋਜ਼ਲ ਭੇਜੋ ਤਾਂ ਕਿ ਅਸੀਂ ਇੰਟਰਨੈਸ਼ਨਲ 에ਅਰਪੋਰਟ ਦੀ ਸ਼ੁਰੂਆਤ ਕਰ ਸਕੀਏ। ਢਿੱਲੋਂ ਸਾਹਿਬ, ਅੱਜ ਦਾ ਕਿਸ ਤਰ੍ਹਾਂ ਦਾ ਜੋ ਅਮਰੂਗਾ, ਕਿਸ ਤਰ੍ਹਾਂ ਤਿਆਰੀ ਕੀਤੀ ਗਈ, ਕਿੱਥੇ ਕਿਵੇਂ ਬੂਥ ਲਗਾਏ ਗਏ, ਕਿਵੇਂ ਸਾਰੇ ਤੁਹਾਡੇ ਵਰਕਰ ਅੱਜ ਬੂਥਾਂ ਦੇ ਅੱਜ ਵੋਟ ਪਵਾ ਰਹੇ ਨੇ? ਸਾਡੇ ਹਰ ਜਗ੍ਹਾ, ਹਰੇਕ ਜਗ੍ਹਾ ਬੂਥ ਲੱਗੇ ਆ। ਸਾਡੇ ਜਿਹੜੇ ਵਰਕਰਸ ਆ ਉਹਨਾਂ 'ਚ ਬਹੁਤ ਉਤਸ਼ਾਹ। ਅਸੀਂ ਸਾਰੀ ਜਗ੍ਹਾ ਗਏ ਆ, 990 ਪਿੰਡਾਂ 'ਚ ਸਾਰੀ ਜਗ੍ਹਾ ਜਾ ਕੇ ਆਏ ਆ। ਹਰੇਕ ਜਗ੍ਹਾ ਇੰਨਾ ਉਤਸ਼ਾਹ, ਲੋਕ ਇਹ ਸਮਝ ਚੁੱਕੇ ਆ ਕਿ ਇਸ ਵੇਲੇ ਜਿਹੜੀ ਇਹ ਵੋਟ ਆ ਮਹਾ ਪੰਚਾਇਤ ਦੀ, ਪਾਰਲੀਮੈਂਟ ਦੀ ਵੋਟ ਹੈਗੀ ਆ। ਸੋ ਇਸ ਕਰਕੇ ਅਸੀਂ ਉਸ ਸੋਚ ਨੂੰ ਰੱਖ ਕੇ ਜਿਹੜਾ ਆਪਣਾ ਨੁਮਾਇੰਦਾ ਅਸੀਂ ਜਾਵਾਂਗੇ ਤਾਂ ਸੈਂਟਰ ਵਿੱਚ ਜਾਵਾਂਗੇ ਤਾਂ ਕਿ ਇੱਥੇ ਲਈ ਕੁਝ ਨਾ ਕੁਝ ਲਿਆ ਸਕੀਏ। ਢਿੱਲੋਂ ਸਾਹਿਬ, ਜਿੱਥੇ ਤੁਸੀਂ ਪ੍ਰਚਾਰ ਕੀਤਾ ਭਾਜਪਾ ਵੱਲੋਂ, ਉੱਥੇ ਵੱਖ-ਵੱਖ ਪਾਰਟੀ ਦੇ ਵੱਡੇ ਲੀਡਰ ਇੱਥੇ ਪਹੁੰਚੇ ਨੇ। ਲੱਗਦਾ ਕਿ ਜਿਮਨੀ ਚੋਣ ਬਹੁਤ ਵੱਡੀ ਚੋਣ ਬਣ ਚੁੱਕੀ ਹੈ। ਦੇਖੋ ਗੱਲ ਇਹ ਆ, ਹੁੰਦਾ ਹੀ ਆ। ਇਸ ਤੋਂ ਪਹਿਲਾਂ 3 ਮਹੀਨੇ ਪਹਿਲਾਂ ਲੋਕਾਂ ਨੇ ਮੌਜੂਦਾ ਸੂਬੇ ਦੀ ਸਰਕਾਰ ਨੂੰ ਬਹੁਤ ਵੱਡਾ ਫਤਵਾ ਦਿੱਤਾ ਸੀ, ਪਰ ਲੋਕਾਂ ਨੂੰ ਬਹੁਤ ਵੱਡੀ ਨਿਰਾਸ਼ਾ ਹੋਈ ਆ। ਇਸ ਵੇਲੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ, ਅਮਨ ਸ਼ਾਂਤੀ ਔਰ ਇੱਥੋਂ ਦੀ ਆਰਥਿਕ ਹਾਲਤ ਇੱਕ ਬਹੁਤ ਵੱਡਾ ਮੁੱਦਾ ਬਣਿਆ ਹੋਇਆ। ਸੋ ਉਹਨੂੰ ਦੇਖਦੇ ਹੋਏ ਲੋਕਾਂ ਨੇ ਇਹ ਦੇਖਿਆ ਕਿ ਜਿਵੇਂ ਅਸੀਂ 3 ਮਹੀਨੇ ਪਹਿਲਾਂ ਇੱਕ ਵੱਡਾ ਬਦਲਾਅ ਕਿਹਾ ਸੀ, ਹੁਣ ਅਸੀਂ ਆਪ ਦਾ ਵੱਡਾ ਬਦਲਾਅ ਉਸ ਤੋਂ, ਉਹ ਬਦਲਾਅ ਸਾਨੂੰ ਠੀਕ ਨਹੀਂ ਲੱਗਿਆ। ਲੋਕ ਬਹੁਤ ਨਿਰਾਸ਼ ਹੋਏ। ਸੋ ਫਿਰ ਬਦਲਾਅ ਕਰਕੇ ਹੁਣ ਇਹਨਾਂ ਜਿਹੜੇ ਪਾਸੇ ਉਮੀਦਵਾਰ ਲੜ ਰਹੇ ਆ ਉਹਨਾਂ 'ਚ ਉਸ ਉਮੀਦਵਾਰ ਨੂੰ ਚੁਣ ਕੇ ਕੇਂਦਰ 'ਚ ਭੇਜਣਗੇ ਤਾਂ ਕਿ ਇਸ ਇਲਾਕੇ ਲਈ ਕੁਝ ਲਿਆ ਸਕੇ। ਢਿੱਲੋਂ ਸਾਹਿਬ, ਤੁਸੀਂ ਚੋਣ ਪ੍ਰਚਾਰ ਕਰਦੇ ਰਹੇ ਹੋ, ਪਰਿਵਾਰ ਦਾ ਕਿਸ ਤਰ੍ਹਾਂ ਸਾਥ ਰਿਹਾ? ਬਹੁਤ ਸਾਰੇ ਸਾਥ ਇਕੱਠੇ ਆ ਜੀ। ਮੇਰਾ ਸਾਰਾ ਪਰਿਵਾਰ, ਮੇਰਾ ਸਾਰਾ ਇਲਾਕਾ, ਸੰਗਰੂਰ ਪਾਰਲੀਮੈਂਟ
9 ਦੇ 9 ਅਸੈਂਬਲੀਆਂ। ਮੇਰਾ ਆਪਣਾ ਪਰਿਵਾਰ ਆ, ਮੇਰਾ ਪਿੰਡ ਟੱਲੇਵਾਲ, ਮੈਂ ਐਸਟੀ ਕਾਲਜ ਜਿੱਥੇ ਆਪਾਂ ਖੜੇ ਆ ਇਸ ਕਾਲਜ 'ਚ ਹੀ ਪੜ੍ਹਿਆ। ਇਹ ਸਾਰਾ ਇਲਾਕਾ ਮੇਰਾ ਆਪਣਾ ਪਰਿਵਾਰ ਆ। ਮੈਂ ਆਪਣੇ ਪਰਿਵਾਰ 'ਚ ਵਿਚਰਦਾ। ਪਰਿਵਾਰ ਦੇ ਤੌਰ ਤੇ ਮੈਨੂੰ ਇਸ ਇਲਾਕੇ ਦੇ ਵਿਕਾਸ ਦੀ ਚਿੰਤਾ। ਮੈਂ ਵੱਡੇ ਵੱਡੇ ਪ੍ਰੋਜੈਕਟ ਇੱਥੇ ਲਿਆ ਕੇ ਜਿਹੜੀ ਸਾਡਾ ਪਛੜਿਆਪਣ ਉਹਨੂੰ ਦੂਰ ਕਰਨਾ ਚਾਹੁੰਦਾ। ਜਿਹੜੇ ਘਰਾਂ 'ਚ ਲੋਕ ਬੈਠੇ ਨੇ ਉਹਨਾਂ ਨੂੰ ਵੋਟ ਪਾਉਣ ਵਾਸਤੇ ਵੀ ਕਿਹਾ ਜਾਊਗਾ ਕਿ ਘਰੋਂ ਨਿਕਲਣ ਵੋਟ ਪਾਇਆ ਜਾਏ। ਮੈਂ ਬਿਲਕੁਲ ਸਾਰਿਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਦਾ ਔਰ ਅਪੀਲ ਵੀ ਕਰਦਾ ਕਿ ਬਹੁਤ ਵੱਡਾ ਅਧਿਕਾਰ ਆ ਵੋਟ ਦਾ ਅਧਿਕਾਰ। ਇਹ ਮਹਾ ਪੰਚਾਇਤ ਦੇ ਲਈ ਆਪਾਂ ਵੋਟ ਕਰ ਰਹੇ ਹਾਂ, ਪਾਰਲੀਮੈਂਟ ਦੇ ਲਈ। ਬੇਨਤੀ ਕਰਦਾ ਸਾਰੀਆਂ ਵੀਰਾਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ ਕਿ ਘਰੋਂ ਬਾਹਰ ਆ ਕੇ ਵੋਟ ਕਰੋ ਤਾਂ ਕਿ ਆਪਾਂ ਜੋ ਚਾਹੁੰਦੇ ਆ ਕੇਂਦਰ ਦੀ ਸਰਕਾਰ ਦਾ ਨੁਮਾਇੰਦਾ ਬਣੀਏ ਔਰ ਆਪਣੇ ਇਲਾਕੇ ਦੀ ਖੁਸ਼ਹਾਲੀ ਤੇ ਵਿਕਾਸ ਤੇ ਅਮਨ ਕਾਨੂੰਨ ਨੂੰ ਜਿਹੜੀ ਵਿਵਸਥਾ ਉਸ ਨੂੰ ਕਾਮਯਾਬ ਕਰ ਸਕੀਏ। ਇਹ ਸੀ ਕੇਵਲ ਸਿੰਘ ਢਿੱਲੋਂ। ਦਿਖਾਵਾਂਗੇ ਉਹ ਵੋਟ ਪਾ ਕੇ ਆਏ ਨੇ। ਉਹ ਆਪਣਾ ਵੋਟ ਦਾ ਜਿਹੜਾ ਅਧਿਕਾਰ ਹੈ ਉਹ ਕਹਿ ਰਹੇ ਨੇ ਕਿ ਹਰੇਕ ਬੰਦੇ ਨੂੰ ਵੋਟ ਪਾਉਣ ਦਾ ਹੱਕ ਹੈ। ਵੋਟ ਪਾਉਣ ਘਰਾਂ ਨੂੰ ਜਾ ਕੇ ਅਪੀਲ ਵੀ ਕੀਤੀ ਹੈ। ਉਹ ਦਿਖਾ ਵੀ ਰਹੇ ਨੇ ਪਰਿਵਾਰ ਸਮੇਤ ਅੱਜ ਉਹ ਬਰਨਾਲਾ ਦੇ ਐਸਡੀ ਕਾਲਜ ਵਿੱਚ ਵੋਟ ਪਾ ਕੇ ਆਏ ਨੇ ਤੇ ਉਹਨਾਂ ਨੇ ਸਾਫ਼ ਕਿਹਾ ਹੈ ਕਿ ਸਾਰੇ ਜਿਹੜੇ ਵੋਟਰ ਨੇ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਤੇ ਵੋਟ ਜ਼ਰੂਰ ਪਾਉਣ। ਤੇ ਉਹਨਾਂ ਨੇ ਆਪਣੇ ਜਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ 'ਚ ਉਤਰੇ ਨੇ। ਉਹਨਾਂ ਨੇ ਮੁੱਦੇ ਵੀ ਦੱਸੇ ਨੇ ਕਿ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇ ਅਸੀਂ ਸਾਰੇ ਪਰਿਵਾਰ ਸਮੇਤ ਜਿਹੜਾ ਪ੍ਰਚਾਰ ਕੀਤਾ ਸੀ ਤੇ ਲੋਕਾਂ ਦੇ ਘਰ ਤੱਕ ਜਿਹੜੇ ਮੁੱਦੇ ਨੇ ਅਸੀਂ ਮੁੱਦੇ ਤੱਕ ਲੈ ਕੇ ਗਏ ਆ। ਕੇਂਦਰ ਤੱਕ ਜਿਹੜੇ ਮੁੱਦੇ ਹੋਣਗੇ ਉਹ ਜਿੱਤਣ ਦੇ ਬਾਅਦ ਮੈਂ ਜ਼ਰੂਰ ਲਿਆਉਂਗਾ। ਉਹਨਾਂ ਨੇ ਨਾਲ ਅਪੀਲ ਕੀਤੀ ਹੈ ਵੋਟ ਪਾਉਣ ਨੂੰ। ਜੀ ਬਿਲਕੁਲ। ਤਾਂ ਕੇਵਲ ਸਿੰਘ ਢਿੱਲੋਂ ਆਪਣੇ ਜਿਹੜੇ ਮੁੱਦੇ ਨੇ, ਜਿਨ੍ਹਾਂ ਮੁੱਦਿਆਂ ਤੇ ਚੋਣ ਲੜ ਰਹੇ ਨੇ, ਉਹਨਾਂ ਮੁੱਦਿਆਂ ਦਾ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ। ਕਈ ਸਾਰੇ ਮੁੱਦੇ, ਇੰਟਰਨੈਸ਼ਨਲ 에ਅਰਪੋਰਟ ਦਾ ਜ਼ਿਕਰ ਹੋਇਆ। ਸਾਰੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਕੇਵਲ ਸਿੰਘ ਢਿੱਲੋਂ ਦੇ ਵਿਰੋਧ ਦੇ ਵਿੱਚ ਜੋ ਚੋਣ ਲੜ ਰਹੇ ਨੇ ਉਹਨਾਂ ਦੇ ਵੱਲੋਂ ਇਸ ਗੱਲ ਤੇ ਨਿਸ਼ਾਨਾ ਵੀ ਬਣਾਇਆ ਗਿਆ ਉਹਨਾਂ ਨੂੰ। ਹਾਲਾਂਕਿ ਕੇਵਲ ਸਿੰਘ ਢਿੱਲੋਂ ਕਹਿ ਰਹੇ ਨੇ ਉਹਨਾਂ ਨੂੰ ਚਿੱਠੀਆਂ ਵੀ ਆ ਚੁੱਕੀਆਂ ਨੇ। ਵੱਡੇ ਵੱਡੇ ਦਾਅਵੇ ਸਾਰੀਆਂ ਸਿਆਸੀ ਧਿਰਾਂ ਦੇ ਵੱਲੋਂ ਕੀਤੇ ਗਏ ਨੇ, ਵੱਡੇ ਵੱਡੇ ਵਾਅਦੇ ਵੀ ਕੀਤੇ ਗਏ ਨੇ ਤੇ ਨਾਲ ਹੀ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਵੀ ਬਣਾਇਆ ਗਿਆ ਹੈ। ਕਾਨੂੰਨ ਵਿਵਸਥਾ ਦੇ ਮੁੱਦੇ ਦੀ ਗੱਲ ਕਰ ਰਹੇ ਸੀ ਕੇਵਲ ਸਿੰਘ ਢਿੱਲੋਂ। ਨਾਲ ਹੀ ਆਰਥਿਕ ਮੰਦਹਾਲੀ ਜਿਸ ਦਾ ਸ਼ਿਕਾਰ ਪੰਜਾਬ ਹੋਇਆ ਉਸ ਦਾ ਜ਼ਿਕਰ ਕਰ ਰਹੇ ਸੀ। ਕਈ ਸਾਰੇ ਵਾਅਦੇ ਜਿਹੜੇ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਉਸ ਦਾ ਜ਼ਿਕਰ ਕਰ ਰਹੇ ਸੀ। ਤਾਂ ਕੇਵਲ ਸਿੰਘ ਢਿੱਲੋਂ ਨੇ ਪਰਿਵਾਰ ਸਮੇਤ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ ਤੇ ਸਾਰੇ ਵੋਟਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਘਰ ਚੋਂ ਬਾਹਰ ਨਿਕਲੋ ਤੇ ਸੰਗਰੂਰ ਜ਼ਿਮਨੀ ਚੋਣ ਦੇ ਲਈ, ਲੋਕ ਸਭਾ ਦੀ ਜ਼ਿਮਨੀ ਚੋਣ ਦੇ ਲਈ ਵੋਟ ਕਰੋ। ਬਿਲਕੁਲ, ਖਾਸ ਤੌਰ ਤੇ ਤਿੰਨ ਤਸਵੀਰਾਂ ਵਿਖਾ ਰਹੇ ਹਾਂ। ਗੁਰਮੇਲ ਸਿੰਘ ਦੇ ਵੱਲੋਂ ਵੋਟ ਪਾਈ ਗਈ ਹੈ। ਹਰਪਾਲ ਚੀਮਾ ਖਜ਼ਾਨਾ ਮੰਤਰੀ ਜੋ ਦੜਬਾ ਹਲਕੇ ਤੋਂ ਆਉਂਦੇ ਨੇ ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾਂ ਆਪਣੇ ਵੋਟ ਦਾ ਭੁਗਤਾਨ ਕਰ ਦਿੱਤਾ ਗਿਆ। ਔਰ ਤੀਸਰੀ ਤਸਵੀਰ ਹੈ ਕੇਵਲ ਸਿੰਘ ਢਿੱਲੋਂ ਬੀਜੇਪੀ ਦੇ ਆਗੂ ਨੇ। ਖਾਸ ਤੌਰ ਤੇ ਜੇਕਰ ਬੀਜੇਪੀ ਦੀ ਗੱਲ ਕਰਦੇ ਹਾਂ ਤਾਂ ਵੱਖਰੇ ਸਮੀਕਰਨ ਜਿਹੜੇ ਨੇ ਉਹ ਇਸ ਵੇਲੇ ਨਜ਼ਰ ਆ ਰਹੇ ਨੇ, ਜਿੱਥੇ ਇੱਕ ਵੱਡਾ ਮੁੱਦਾ ਉਹਨਾਂ ਦੇ ਵੱਲੋਂ ਕਾਨੂੰਨ ਵਿਵਸਥਾ ਦਾ ਚੁੱਕਿਆ ਗਿਆ ਤਾਂ ਇਹ ਵੀ ਅਪੀਲ ਨਾਲ ਕਰ ਰਹੇ ਨੇ ਕਿ ਕੇਂਦਰ ਦੇ ਵਿੱਚ ਜਾ ਕੇ ਜਦੋਂ ਸ਼ਮੂਲੀਅਤ ਹੋਏਗੀ ਇੱਥੋਂ ਦੇ ਲੋਕ ਸਭਾ ਮੈਂਬਰ ਦੀ ਤਾਂ ਬਹੁਤ ਕੁਝ ਹਲਕੇ ਦੇ ਲਈ ਜਿਹੜਾ ਉਹ ਲਿਆਂਦਾ ਜਾਏਗਾ। ਸੋ ਖਾਸ ਤੌਰ ਤੇ ਵੱਡਾ ਮਸਲਾ ਹੈ। ਔਰ ਦੂਸਰੇ ਪਾਸੇ ਅਗਨੀਪਥ ਸਕੀਮ ਦਾ ਜ਼ਰੂਰ ਜ਼ਿਕਰ ਕਰਾਂਗੇ ਜਿਸ ਨੂੰ ਲੈ ਕੇ ਲਗਾਤਾਰ ਪੂਰੇ ਦੇਸ਼ ਦੇ ਵਿੱਚ ਖਿਲਾਫਤ ਹੋ ਰਹੀ ਹੈ। ਹਾਲਾਂਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਤਾਂ ਵਿਰੋਧ ਨਹੀਂ ਹੈ ਪਰ ਕਿਤੇ ਨਾ ਕਿਤੇ ਵਿਰੋਧ ਹੋਇਆ ਤਾਂ ਇਹ ਵੀ ਵੇਖਣਾ ਹੋਏਗਾ ਕਿ ਕਿੰਨਾ ਕੁ ਨੁਕਸਾਨ ਉਸ ਮੁੱਦੇ ਦਾ ਹੁੰਦਾ ਤੇ ਕਿੰਨਾ ਕੁ ਫਾਇਦਾ ਜੇਕਰ ਕੇਂਦਰ ਦੀ ਗੱਲ ਕਰਦੇ ਆ ਖਾਸ ਤੌਰ ਤੇ ਉਸ ਦੇ ਵਿੱਚ ਸ਼ਮੂਲੀਅਤ ਦੀ ਔਰ ਉੱਥੋਂ ਬਹੁਤ ਕੁਝ ਲਿਆਉਣ ਦੀ ਜ਼ਿਲ੍ਹੇ ਦੇ ਲਈ ਤਾਂ ਉਸ ਨੂੰ ਲੈ ਕੇ ਫਾਇਦਾ ਕਿੰਨਾ ਕੁ ਬੀਜੇਪੀ ਨੂੰ ਹੋਏਗਾ ਇਹ ਵੀ ਬਹੁਤ ਵੇਖਣ ਵਾਲੀ ਗੱਲ ਹੈ। ਕਿਉਂਕਿ ਇੱਕ ਮੁੱਦੇ ਤੇ ਜਿਹੜੀ ਆ ਲੋਕਾਂ ਦੀ ਨਜ਼ਰ ਹੁੰਦੀ ਹੈ। ਲੋਕ ਅੱਜ ਕੱਲ ਕਹਿ ਸਕਦੇ ਆ ਬਹੁਤ ਸਿਆਣੇ ਨੇ ਜੋ ਲਗਾਤਾਰ ਖੁਦ ਵੀ ਲੀਡਰਸ ਹਮੇਸ਼ਾ ਜ਼ਿਕਰ ਕਰਦੇ ਨੇ ਕਿ ਉਹਨਾਂ ਦੇ ਵੱਲੋਂ ਇਸ ਵੇਲੇ ਬਹੁਤ ਸੋਚ ਸਮਝ ਕੇ ਜਿਹੜਾ ਵੋਟਾਂ ਦਾ ਭੁਗਤਾਨ ਕੀਤਾ ਜਾਂਦਾ ਉਹਨਾਂ ਨੂੰ ਪਤਾ ਲੱਗ ਚੁੱਕਿਆ ਕਿ ਆਖਰਕਾਰ ਕੌਣ ਸਹੀ ਹੈ ਤੇ ਕੌਣ ਗਲਤ। ਤਾਂ ਕਹਿ ਸਕਦੇ ਆ ਕਿ ਹੁਣ ਵੇਖਣਾ ਹੋਏਗਾ ਲੋਕ ਕਿਸ ਪਾਰਟੀ ਨੂੰ ਕਿੰਨੀ ਵੋਟ ਪਾਉਂਦੇ ਨੇ। ਮੈਂ ਸੰਗਰੂਰ ਹਲਕੇ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕਰਾਂਗਾ ਵੀ ਜੋ ਸਾਨੂੰ ਅਧਿਕਾਰ ਮਿਲਿਆਗਾ ਸ਼ਹੀਦਾਂ ਦੁਆਰਾ ਫਾਂਸੀਆਂ ਦੇ ਚੜ੍ਹ ਕੇ ਵੋਟ ਪਾਉਣ ਦਾ ਅਧਿਕਾਰ ਮਿਲੇਗਾ, ਇਹਦੀ ਵਰਤੋਂ ਕਰਨਾ ਤੇ ਸਾਫ਼ ਸੁਥਰੀ ਇਮਾਨਦਾਰ ਪਾਰਟੀ ਨੂੰ ਵੋਟ ਕਰਨਾ। ਕਿਵੇਂ ਦੇਖਦੇ ਹੋ ਅੱਜ ਤੁਹਾਡਾ ਮਹਾ ਮੁਕਾਬਲਾ ਪੂਰੇ ਬਲਾਕ ਦੇ ਵਿੱਚ ਔਰ ਸੰਗਰੂਰ ਦੇ ਵਿੱਚ ਸਾਰੇ ਹਲਕਿਆਂ 'ਚ ਕਿਵੇਂ ਦਾ ਤੁਹਾਨੂੰ ਲੱਗ ਰਿਹਾ, ਮਾਹੌਲ ਕਿਵੇਂ ਲੱਗ ਰਿਹਾ? ਦੇਖੋ ਮਾਹੌਲ ਬਹੁਤ ਵਧੀਆ, ਨੌਜਵਾਨਾਂ ਦੇ ਵਿੱਚ ਜੋਸ਼ ਆ, ਮਾਵਾਂ ਦਾ ਆਸ਼ੀਰਵਾਦ ਮਿਲ ਰਿਹਾ, ਬਜ਼ੁਰਗਾਂ ਦਾ ਸਾਥ ਮਿਲ ਰਿਹਾ। ਮੁਕਾਬਲਾ ਤੁਹਾਨੂੰ ਲੱਗ ਰਿਹਾ ਕਿਵੇਂ ਲੱਗਦਾ? ਦੇਖੋ ਮੁਕਾਬਲਾ ਹਮੇਸ਼ਾ ਸਾਡਾ ਮੁੱਦਿਆਂ ਦੇ ਨਾਲ ਰਹੇਗਾ। ਤੁਸੀਂ ਦੇਖੋਗੇ ਵੀ ਇੱਕ ਤਰਫੀ ਫਾਈਟ ਹੈ। ਮਾਨ ਸਾਹਿਬ ਦੇ ਲਈ ਵੋਟ ਕੀਤੀ ਹੈਗੀ ਤੇ ਇਸ ਵਾਰ ਮਾਨ ਸਾਹਿਬ ਜਦੋਂ ਸੀਐਮ ਬਣ ਚੁੱਕੇ, ਜੋ ਹਲਕਾ ਉਹਨਾਂ ਦਾ ਖਾਲੀ ਹੋਇਆ, ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈਗੀ ਤੇ ਇਸ ਵਾਰ ਆਪਣੇ ਲਈ ਵੋਟ ਇਹ ਜ਼ਿੰਮੇਵਾਰੀ ਕਿਸ ਤਰ੍ਹਾਂ ਦੀ ਜ਼ਿੰਮੇਵਾਰੀ ਸਮਝਦੇ ਹੋ? ਕੀ ਕੰਮ ਮਤਲਬ ਪਹਿਲਾਂ ਵੀ ਤੁਸੀਂ ਸਰਪੰਚ ਰਹੇ ਹੋ ਤੇ ਹੁਣ ਸੰਸਦ ਵਿੱਚ ਜਾਣ ਦੀ ਤੁਹਾਡੀ ਉਮੀਦ ਹੈ, ਕਿਸ ਤਰ੍ਹਾਂ ਦੀ ਤੁਹਾਨੂੰ? ਦੇਖੋ ਜ਼ਿੰਮੇਵਾਰੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਕੱਲੇ ਸੰਗਰੂਰ ਦੀ ਨਹੀਂ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਚੱਕਣੀ ਪੈਣੀ ਹੈ ਕਿਉਂਕਿ ਪਹਿਲਾਂ ਮਾਨ ਸਾਹਿਬ ਨੇ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਚੱਕੀ ਹੈ। ਜੋ ਜਿਸ ਤਰ੍ਹਾਂ ਮਾਨ ਸਾਹਿਬ ਨੇ ਕੰਮ ਕੀਤੇ ਹੋਏ ਨੇ ਬਹੁਤ ਵੱਡਾ ਚੈਲੰਜ ਆ
ਤੇ ਇਸ ਚੈਲੰਜ ਨੂੰ ਐਕਸੈਪਟ ਕਰਨ ਦੇ ਲਈ ਤਿਆਰ। ਇਹ ਚੈਲੰਜ ਤੋਂ ਇਲਾਵਾ ਵੀ ਤੁਸੀਂ ਇੱਕ ਨਵਾਂ ਚਿਹਰਾ ਐਮਪੀ ਵਾਸਤੇ, ਤੁਹਾਨੂੰ ਕਿਸ ਤਰ੍ਹਾਂ ਦੀ ਮਿਹਨਤ ਕਰਨੀ ਪਈ ਹੈ ਪਿਛਲੇ ਇਲੈਕਸ਼ਨ ਦੌਰਾਨ? ਦੇਖੋ, ਮਿਹਨਤ ਹਮੇਸ਼ਾ ਪਾਰਟੀ ਲਈ ਹਮੇਸ਼ਾ ਤੋਂ ਕਰਦੇ ਰਹੇ ਹਾਂਗੇ ਤੇ ਲੋਕਾਂ ਦੇ ਵਿੱਚ ਜਾ ਰਹੇ ਹਾਂਗੇ ਲਗਾਤਾਰ 20-25 ਪਿੰਡ ਡੇਲੀ ਤੇ ਸ਼ਹਿਰ ਕੱਢਦੇ ਰਹੇ ਹਾਂਗੇ। ਮਿਹਨਤ ਨੂੰ ਨੌਜਵਾਨਾਂ ਦਾ ਸਾਥ ਮਿਲ ਰਿਹਾ, ਜੋ ਸਾਡੇ ਵਲੰਟੀਅਰ ਨੇ ਉਹਨਾਂ ਦਾ ਬਹੁਤ ਸਾਰਾ ਸਾਥ ਮਿਲਿਆ। ਗੁਰਮੇਲ ਜੀ ਸਰਪੰਚ ਵੀ ਰਹੇ ਨੇ, ਤੁਸੀਂ ਉਦੋਂ ਵੀ ਇਹਨਾਂ ਦੀ ਚੋਣ ਪ੍ਰਕਿਰਿਆ ਵਿੱਚ ਕੰਮ ਕੀਤਾ ਹੋਊਗਾ ਤੇ ਹੁਣ ਤੁਹਾਨੂੰ ਕਿੰਨਾ ਕੁ ਔਖਾ ਲੱਗਦਾ ਹੈ? ਤੁਹਾਡੇ ਬੱਚੇ ਵੀ ਨੇ, ਘਰ-ਬਾਰ ਵੀ ਸਾਂਭਦੇ, ਕਿਸ ਤਰ੍ਹਾਂ ਲੱਗਦਾ? ਨਹੀਂ, ਔਖਾ ਨਹੀਂ, ਪੂਰੀ ਫੈਮਿਲੀ ਦੀ ਬਹੁਤ ਸਪੋਰਟ ਹੈ ਸਾਨੂੰ। ਅਸੀਂ ਫੀਲਡ ਦੇ ਵਿੱਚ ਗਏ ਆ, ਮਾਮਾ ਦਾ ਬਹੁਤ ਆਸ਼ੀਰਵਾਦ ਮਿਲ ਰਿਹਾ ਹੈ, ਭੈਣ ਵੀਰ ਬਜ਼ੁਰਗ ਬਹੁਤ ਸਾਥ ਦੇ ਰਹੇ ਨੇ। ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਜਿਹੜਾ ਹੈ ਉਹ ਇੱਕ ਵੱਡੀ ਲੀਡ ਦੇ ਨਾਲ ਜਿਹੜੀ ਜਿੱਤ ਹੈ ਉਹ ਹਾਸਿਲ ਕਰਾਂਗੇ। ਐਮਪੀ ਬਣਨ ਤੋਂ ਬਾਅਦ ਤੁਹਾਡਾ ਘਰ-ਬਾਰ ਕਿਸ ਤਰ੍ਹਾਂ ਰਹੂਗਾ? ਕਿਵੇਂ ਗ੍ਰਸਤੀ ਸੰਭਾਲੋਗੇ? ਕੋਈ ਗੱਲ ਨਹੀਂ ਜੀ, ਉਹ ਬਣਨ ਦੋ ਹਜੇ, ਫਿਰ ਦੇਖਦੇ ਹਾਂ। ਬਿਲਕੁਲ, ਅਸੀਂ ਹਰ ਚੈਲੰਜ ਦੇ ਲਈ ਚੈਲੰਜ ਨੂੰ ਬਿਲਕੁਲ ਤਿੰਨ ਤਸਵੀਰਾਂ ਲਗਾਤਾਰ ਵਿਖਾ ਰਿਹਾ। ਔਰ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਲੰਬਾ ਅਰਸਾ ਲੜਾਈ ਲੜੀ ਆ ਔਰ ਸਭ ਤੋਂ ਪਹਿਲਾਂ ਪਾਰਟੀ ਦਾ ਵਲੰਟੀਅਰ ਬਣਿਆ, ਫਿਰ ਉਸ ਤੋਂ ਬਾਅਦ ਪਿੰਡ ਦਾ ਸਰਪੰਚ ਬਣਿਆ। ਸਰਪੰਚ ਬਣਨ ਤੋਂ ਬਾਅਦ ਪਾਰਟੀ ਨੇ ਮਾਣ ਬਖਸ਼ਿਆ, ਜ਼ਿਲ੍ਹਾ ਪ੍ਰਧਾਨ ਬਣਾਇਆ ਔਰ ਮਾਨ ਸਾਹਿਬ ਦੀ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਪਾਰਖੂ ਅੱਖ ਨੇ ਦੇਖਿਆ ਕਿ ਇਸ ਨੌਜਵਾਨ ਦੇ ਵਿੱਚ ਟੈਲੈਂਟ ਆ, ਜਿਹੜਾ ਬੜੀ ਜਿਹਨੇ ਅੱਛੀ ਪੜ੍ਹਾਈ ਕੀਤੀ ਹੈ, ਉਹਨੂੰ ਦੇਸ਼ ਦੀ ਬਾਈ ਇਲੈਕਸ਼ਨ ਦੀ ਜਿਹੜੀ ਹੋ ਰਹੀ ਹੈ ਸਰੋੜ ਦੀ, ਉਦੋਂ ਟਿਕਟ ਦੇ ਕੇ ਨਵਾਜਿਆ। ਸੋ ਵੱਡੀ ਲੀਡ ਦੇ ਨਾਲ ਸਰਦਾਰ ਗੁਰਮੇਲ ਸਿੰਘ ਘਰਾਚੋਂ ਜਿੱਤਣਗੇ। ਪੰਜਾਬ ਦੇ ਲੋਕਾਂ ਦਾ ਬਜਟ ਹੈਗਾ, ਉਹ 27 ਤਰੀਕ ਨੂੰ ਪੇਸ਼ ਹੋਣਾਗਾ ਔਰ ਜਿੰਨੇ ਵੀ ਵਾਅਦੇ, ਜਿੰਨੀਆਂ ਵੀ ਗਰੰਟੀਆਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਦਿੱਤੀਆਂ ਨੇਗੀਆਂ, ਉਹ ਸਾਰੀਆਂ 100% ਪੂਰੀਆਂ ਕਰਾਂਗੇ। ਔਰ ਲੋਕਾਂ ਨੂੰ ਪਹਿਲੀ ਵਾਰ ਮਹਿਸੂਸ ਹੋਊਗਾ ਕਿ ਲੋਕਾਂ ਦਾ ਬਜਟ ਹੈਗਾ, ਕਿਉਂਕਿ ਅਸੀਂ ਲੋਕਾਂ ਜਾ ਕੇ ਤਿਆਰ ਕੀਤਾ ਗਾ। ਅਸੀਂ ਬੰਦ ਕਮਰਿਆਂ 'ਚ ਤਿਆਰ ਨਹੀਂ ਕੀਤਾ, ਅਸੀਂ ਏਸੀ ਕਮਰਿਆਂ 'ਚ ਬੈਠ ਕੇ ਤਿਆਰ ਨਹੀਂ ਕੀਤਾ, ਅਸੀਂ ਲੋਕਾਂ ਵਿੱਚ ਜਾ ਕੇ ਜਿਹੜਾ ਹੈਗਾ ਉਹਨਾਂ ਦੀ ਗੱਲ ਸੁਣੀ ਆ, ਹਰੇਕ ਵਰਗ ਦੀ ਗੱਲ ਸੁਣੀ ਆ ਔਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਗਿਆਂਗੇ ਔਰ ਜਾ ਕੇ ਪਹਿਲਾ ਬਜਟ ਹੋਊਗਾ ਆਜ਼ਾਦੀ ਤੋਂ ਬਾਅਦ, ਜਿਹੜਾ ਕਿ ਲੋਕਾਂ ਦਾ ਬਜਟ ਹੋਊਗਾ। ਸੋ ਲਗਾਤਾਰ ਤਿੰਨ ਤਸਵੀਰਾਂ ਵਿਖਾ ਰਹੇ ਹਾਂ। ਗੁਰਮੇਲ ਸਿੰਘ ਹੋਰਾਂ ਦੇ ਵੱਲੋਂ ਵੋਟ ਪਾਈ ਗਈ ਹੈ। ਹਰਪਾਲ ਚੀਮਾ ਤੇ ਕੇਵਲ ਢਿੱਲੋਂ ਨੇ ਵੀ ਆਪਣੀ ਵੋਟ ਦਾ ਭੁਗਤਾਨ ਕੀਤਾ ਤੇ ਦਾਅਵੇ ਕੀਤੇ ਨੇ। ਬਿਲਕੁਲ, ਤਾਂ ਦਾਅਵੇ ਸਾਰੀਆਂ ਸਿਆਸੀ ਧਿਰਾਂ ਕਰ ਰਹੀਆਂ ਨੇ, ਫੈਸਲਾ ਲੋਕਾਂ ਦਾ ਹੈ। ਤਕਰੀਬਨ ਪੌਣਾ ਘੰਟਾ ਹੋ ਚੁੱਕਿਆ ਵੋਟਿੰਗ ਦੀ ਸ਼ੁਰੂਆਤ ਹੋਏ ਨੂੰ। ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਸੰਗਰੂਰ ਦੇ ਵੋਟਰਾਂ ਦੇ ਵਿੱਚ। ਵੱਖ-ਵੱਖ ਥਾਵਾਂ ਦੀਆਂ ਅਸੀਂ ਤਸਵੀਰਾਂ ਲਗਾਤਾਰ ਨਿਊਜ਼ 18 ਪੰਜਾਬ ਤੇ ਦਿਖਾ ਰਹੇ ਹਾਂ, ਜਿੱਥੇ ਲੰਬੀਆਂ ਕਤਾਰਾਂ ਨਜ਼ਰ ਆ ਰਹੀਆਂ ਨੇ। ਪੋਲਿੰਗ ਬੂਥਾਂ ਦੇ ਉੱਤੇ ਲੋਕ ਬੜੇ ਉਤਸ਼ਾਹ ਦੇ ਨਾਲ ਵੋਟ ਪਾਉਣ ਦੇ ਲਈ, ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ ਪਹੁੰਚੇ ਨੇ। ਵੱਖ-ਵੱਖ ਜਿਹੜੇ ਉਮੀਦਵਾਰ ਨੇ ਉਹ ਆਪਣੇ ਪਰਿਵਾਰਾਂ ਸਮੇਤ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ। ਗੁਰਮੇਲ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ, ਉਹਨਾਂ ਦੇ ਵੱਲੋਂ ਆਪਣੇ ਪਰਿਵਾਰ ਸਮੇਤ ਵੋਟ ਹੱਕ ਦਾ ਇਸਤੇਮਾਲ ਕੀਤਾ ਗਿਆ। ਕੇਵਲ ਢਿੱਲੋਂ ਬੀਜੇਪੀ ਦੇ ਉਮੀਦਵਾਰ ਨੇ, ਆਪਣੇ ਪਰਿਵਾਰ ਸਮੇਤ ਵੋਟ ਪਾਉਣ ਦੇ ਲਈ ਪਹੁੰਚੇ ਨੇ। ਖਜ਼ਾਨਾ ਮੰਤਰੀ ਹਰਪਾਲ ਚੀਮਾ ਆਮ ਆਦਮੀ ਪਾਰਟੀ ਦੇ ਵੱਡੇ ਆਗੂ, ਉਹਨਾਂ ਦੇ ਵੱਲੋਂ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਗਿਆ ਹੈ। 1766 ਪੋਲਿੰਗ ਬੂਥ ਬਣਾਏ ਗਏ ਨੇ ਸੰਗਰੂਰ ਹਲਕੇ ਦੇ ਵਿੱਚ। ਲੋਕ ਸਭਾ ਹਲਕੇ ਦੇ ਵਿੱਚ 296 ਇਹਨਾਂ ਦੇ ਵਿੱਚੋਂ ਸੈਂਸਿਟਿਵ ਬੂਥ ਐਲਾਨੇ ਗਏ ਨੇ। 15 ਲੱਖ ਤੋਂ ਜ਼ਿਆਦਾ ਵੋਟਰ ਨੇ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ। ਇਹਨਾਂ 15 ਲੱਖ ਤੋਂ ਜ਼ਿਆਦਾ ਵੋਟਰਾਂ ਨੇ ਇਹਨਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਾ ਹੈ। ਅੱਜ ਈਵੀਐਮ ਦੇ ਵਿੱਚ ਇਹਨਾਂ ਉਮੀਦਵਾਰਾਂ ਦੀ ਕਿਸਮਤ ਕੈਦ ਹੋ ਜਾਏਗੀ। 23 ਜੂਨ ਹੈ, 26 ਜੂਨ ਨੂੰ ਨਤੀਜੇ ਆਉਣਗੇ। ਦੇਖੋ ਲਗਾਤਾਰ ਤਸਵੀਰਾਂ ਵਿਖਾ ਰਹੇ, ਖਾਸ ਤੌਰ ਤੇ ਜੇਕਰ ਪਿਛਲੇ ਦਿਨਾਂ ਦੀ ਗੱਲ ਕਰਦੇ ਹਾਂ ਤਾਂ ਪਿਛਲੇ 15 ਦਿਨਾਂ ਦੇ ਵਿੱਚ ਤਾਬੜਤੋੜ ਪ੍ਰਚਾਰ ਇਹਨਾਂ ਹਲਕਿਆਂ ਦੇ ਵਿੱਚ ਹੁੰਦਾ ਹੋਇਆ ਨਜ਼ਰ ਆਇਆ। ਬੇਸ਼ੱਕ ਉਹ ਭਦੌੜ ਦੀ ਗੱਲ ਕੀਤੀ ਜਾਵੇ, ਧੂਰੀ ਦੀ ਗੱਲ ਕਰੀਏ, ਵੱਖੋ-ਵੱਖ ਹੋਰ ਹਲਕਿਆਂ ਦੀ ਗੱਲ ਕੀਤੀ ਜਾਏ, ਦਿੜਬੇ ਦੀ ਗੱਲ ਕੀਤੀ ਜਾਏ, ਸੰਗਰੂਰ ਮੁੱਖ ਸ਼ਹਿਰ ਦੀ ਗੱਲ ਕਰੀਏ, ਤਾਂ ਸਭ ਪਾਸੇ ਪ੍ਰਚਾਰ ਜਿਹੜਾ ਜ਼ੋਰਾਂ ਸ਼ੋਰਾਂ ਤੇ ਚੱਲਿਆ। ਕੇਂਦਰ ਦੇ ਵੱਡੇ ਲੀਡਰ ਜਿਹੜੇ ਇੱਥੇ ਮੌਜੂਦ ਰਹੇ ਸੀ, ਗਜਿੰਦਰ ਸ਼ੇਖਾਵਤ ਹੋਰਾਂ ਦੀ ਗੱਲ ਕਰੀਏ, ਅਸ਼ਵਨੀ ਸ਼ਰਮਾ ਦੀ ਗੱਲ ਕਰੀਏ, ਤਾਂ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਗਿਆ। ਇਸ ਤੋਂ ਇਲਾਵਾ ਕਾਂਗਰਸ ਤੋਂ ਰਾਜਾ ਵੜਿੰਗ ਜ਼ਿਆਦਾਤਰ ਪਿਛਲੇ ਸਮੇਂ ਦੇ ਵਿੱਚ ਇਹਨਾਂ ਹਲਕਿਆਂ ਦੇ ਵਿੱਚ ਹੀ ਰਹੇ ਨੇ ਔਰ ਲਗਾਤਾਰ ਪ੍ਰਚਾਰ ਜਿਹੜਾ ਜ਼ੋਰਾਂ ਸ਼ੋਰਾਂ ਦੇ ਨਾਲ ਕੀਤਾ ਗਿਆ। ਤੇ ਇਸ ਤੋਂ ਇਲਾਵਾ ਖੁਦ ਭਗਵੰਤ ਮਾਨ ਜਿਨ੍ਹਾਂ ਦੀ ਇਹ ਪਹਿਲਾ ਸੀਟ ਸੀਗੀ, ਉਹ ਆਏ। ਅਰਵਿੰਦ ਕੇਜਰੀਵਾਲ ਸੁਪਰੀਮੋ ਇੱਥੇ ਪਹੁੰਚੇ, ਰੋਡ ਸ਼ੋਅ ਕੱਢੇ ਗਏ, ਵੱਡੇ ਪੱਧਰ ਤੇ ਲੋਕਾਂ ਦੇ ਦਿਲਾਂ ਤੱਕ ਆਵਾਜ਼ ਪਹੁੰਚਾਉਂਦੀ ਹੈ। ਕੋਸ਼ਿਸ਼ ਕੀਤੀ ਗਈ ਕਿ ਸਿਰਫ ਉਹੀ ਪਾਰਟੀ ਹੈ ਜਿਹੜੀ ਕਿ ਉਹਨਾਂ ਤੇ ਕੰਮ ਜਿਹੜੇ ਆ ਉਸ ਸਿਰੇ ਚੜ੍ਹ ਸਕਦੀ ਹੈ। ਤਾਂ ਦੂਸਰੇ ਪਾਸੇ ਕਾਂਗਰਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਵੱਡੇ ਦਾਅਵੇ ਕੀਤੇ ਗਏ। ਕਾਨੂੰਨ ਵਿਵਸਥਾ ਤੇ ਹੋਰ ਵਿਕਾਸ ਕੰਮਾਂ ਨੂੰ ਜੋ ਪਿਛਲੇ ਸਮਾਂ ਦੇ ਵਿੱਚ ਉਹਨਾਂ ਦੀ ਸਰਕਾਰਾਂ ਦੇ ਵਿੱਚ ਹੋਇਆ, ਉਸ ਨੂੰ ਲੈ ਕੇ ਉਹਨਾਂ ਨੇ ਕਿਹਾ। ਖਾਸ ਤੌਰ ਤੇ ਜੇਕਰ ਗੱਲ ਕਰਦੇ ਹਾਂ ਵਿਧਾਨ ਸਭਾ 2022 ਚੋਣਾਂ ਦੇ ਨਤੀਜਿਆਂ ਦੀ, ਜੋ ਹਾਲ ਹੀ ਦੇ ਵਿੱਚ ਆਏ ਨੇ, ਕਿਉਂਕਿ 3 ਮਹੀਨੇ ਹੀ ਹੋਏ ਨੇ ਅਜੇ ਸਰਕਾਰ ਬਣੀ ਨੂੰ, ਉਹ ਨਤੀਜਿਆਂ ਦੇ ਵਿੱਚ ਜੇਕਰ ਜਿੰਨੇ ਵੀ ਹਲਕੇ ਸੰਗਰੂਰ ਲੋਕ ਸਭਾ ਸੀਟ ਚਾਹੁੰਦੇ ਨੇ ਤਾਂ ਜ਼ਿਆਦਾਤਰ ਸੀਟਾਂ ਤੇ ਆਮ ਆਦਮੀ ਪਾਰਟੀ ਹੀ ਜੇਤੂ ਰਹੀ ਹੈ। ਭਦੌੜ ਦੀ ਗੱਲ ਕਰਦੇ ਆ, ਕਿਉਂਕਿ ਭਦੌੜ ਦੇ ਵਿੱਚ ਜਿੰਨੇ ਵੀ ਵੋਟਰ ਨੇ ਉਹ ਵੇਖਿਆ ਗਿਆ ਕਿ ਕਿਵੇਂ ਲਾਭ ਸਿੰਘ ਗੋਕੇ ਨੂੰ ਉਹਨਾਂ ਨੇ ਵੱਡੀ ਜਿੱਤ ਜਿਹੜੀ ਆ ਹਾਸਲ ਕੀਤੀ। ਹਾਲਾਂਕਿ ਜਿਹੜੇ ਸਾਬਕਾ ਸੀਐਮ ਸੀਗੇ ਚਰਨਜੀਤ ਚੰਨੀ ਹੋਰਾਂ ਦੇ ਵੱਲੋਂ ਇੱਥੇ
ਚੋਣ ਮੁਕਾਬਲਾ ਉਹਨਾਂ ਨੂੰ ਦਿੱਤਾ ਗਿਆ ਸੀ ਤੇ ਵੱਡਾ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹ ਜੇਤੂ ਹਾਸਲ ਹੋਣਗੇ। ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੂੰ ਇੱਥੋਂ ਜਿਹੜੀ ਹੈ ਉਹ ਵੱਡੀ ਵੋਟ ਸ਼ੇਅਰ ਮਿਲੀ ਤਾਂ ਜਿੱਤ ਹਾਸਲ ਹੋਈ। ਇਸ ਤੋਂ ਇਲਾਵਾ ਧੂਰੀ ਦੀ ਗੱਲ ਕਰੀਏ, ਦਲਬੀਰ ਗੋਲਡੀ ਸੀਗੇ ਭਗਵੰਤ ਮਾਨ ਦੇ ਖਿਲਾਫ, ਤਾਂ ਉਹ ਜਿਹੜੇ ਉੱਥੋਂ ਸੀਟ ਜਿਹੜੀ ਹੈ ਭਗਵੰਤ ਮਾਨ ਉਹਨਾਂ ਦੇ ਵੱਲੋਂ ਜਿੱਤੀ ਗਈ ਹੈ। ਸੋ ਜ਼ਿਆਦਾਤਰ ਹਲਕਿਆਂ ਦਾ ਜ਼ਿਕਰ ਕੀਤਾ ਜਾਏ ਤਾਂ ਵੱਡਾ ਵੋਟ ਸ਼ੇਅਰ ਆਮ ਆਦਮੀ ਪਾਰਟੀ ਦਾ ਰਿਹਾ। ਪਰ ਹੁਣ ਆਖਿਰਕਾਰ ਕਿਸ ਤਰ੍ਹਾਂ ਦੇ ਨਾਲ ਇਹ ਫਰਕ ਨਜ਼ਰ ਆਏਗਾ? ਕੀ ਫਰਕ ਨਜ਼ਰ ਆਏਗਾ? ਘੱਟ ਆਏਗਾ, ਵੱਧ ਆਏਗਾ, ਜਾਂ ਕਿੰਨੇ ਕ ਫਰਕ ਇਹਨਾਂ 3 ਮਹੀਨਿਆਂ ਦੇ ਵਿੱਚ ਪਿਆ? ਇਹ ਬਹੁਤ ਅਹਿਮ ਹੈ। ਨਤੀਜੇ ਦੱਸਣਗੇ ਜੋ 26 ਜੂਨ ਨੂੰ ਆਉਣਗੇ। ਬਿਲਕੁਲ, ਤਾਂ 26 ਜੂਨ ਨੂੰ ਨਤੀਜੇ ਆਉਣਗੇ ਤੇ ਅੱਜ ਇਸ ਦਾ ਫੈਸਲਾ ਹੋ ਰਿਹਾ ਹੈ। ਅੱਜ ਈਵੀਐਮ ਦੇ ਵਿੱਚ ਉਮੀਦਵਾਰਾਂ ਦੀ ਕਿਸਮਤ ਕੈਦ ਹੋ ਰਹੀ ਹੈ। ਵੱਡਾ ਉਤਸ਼ਾਹ ਵੋਟਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। 8 ਵਜੇ ਵੋਟਿੰਗ ਦੀ ਸ਼ੁਰੂਆਤ ਹੋਈ ਹੈ। ਤਕਰੀਬਨ 1 ਘੰਟਾ ਹੋਣ ਵਾਲਾ ਹੈ ਵੋਟਿੰਗ ਦੀ ਸ਼ੁਰੂਆਤ ਹੋਏ ਨੂੰ, ਤੇ ਬਹੁਤ ਸਾਰੇ ਜਿਹੜੇ ਵੋਟਰ ਨੇ ਉਹ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਰਹੇ ਨੇ। ਅਸੀਂ ਵੀ ਨਿਊਜ਼ 18 ਦੇ ਵੱਲੋਂ ਅਪੀਲ ਕਰਦੇ ਹਾਂ, ਵੋਟ ਹੱਕ ਦਾ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਤੁਸੀਂ ਜਿਸ ਕੈਂਡੀਡੇਟ ਨੂੰ ਚੁਣ ਕੇ ਭੇਜੋਗੇ ਉਹਨਾਂ ਨੇ ਅੱਗੇ ਤੁਹਾਡੇ ਲਈ ਫੈਸਲੇ ਲੈਣੇ ਹੁੰਦੇ ਨੇ। ਤਾਂ ਅੱਜ ਆਪਣੇ ਇਸ ਜਮਹੂਰੀ ਹੱਕ ਦਾ ਇਸਤੇਮਾਲ ਕਰੋ, ਵੋਟ ਪਾਉਣ ਦੇ ਲਈ ਪਹੁੰਚੋ। ਵੱਖੋ ਵੱਖਰੇ ਜਿਹੜੇ ਉਮੀਦਵਾਰ ਨੇ ਉਹ ਵੀ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ। ਵੱਡਾ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। 15 ਲੱਖ ਤੋਂ ਜ਼ਿਆਦਾ ਵੋਟਰ ਨੇ ਜੋ ਇਹਨਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। 5 ਕੋਨੀ ਮੁਕਾਬਲਾ ਸੰਗਰੂਰ ਦੇ ਵਿੱਚ ਨਜ਼ਰ ਆ ਰਿਹਾ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਗੁਰਮੇਲ ਸਿੰਘ ਉਮੀਦਵਾਰ ਨੇ, ਅਕਾਲੀ ਦਲ ਦੇ ਵੱਲੋਂ ਕਮਲਦੀਪ ਕੌਰ ਰਾਜੋਆਣਾ ਉਮੀਦਵਾਰ ਨੇ, ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸਿਮਰਨਜੀਤ ਸਿੰਘ ਮਾਨ ਚੋਣ ਮੈਦਾਨ ਦੇ ਵਿੱਚ ਨੇ, ਕਾਂਗਰਸ ਦੇ ਵੱਲੋਂ ਦਲਵੀਰ ਗੋਲਡੀ ਸਾਬਕਾ ਵਿਧਾਇਕ ਉਹ ਚੋਣ ਲੜ ਰਹੇ ਨੇ, ਬੀਜੇਪੀ ਦੇ ਵੱਲੋਂ ਕੇਵਲ ਢਿੱਲੋਂ ਚੋਣ ਮੈਦਾਨ ਦੇ ਵਿੱਚ ਨੇ। ਤਾਂ ਕਿਸ ਨੂੰ ਇਸ ਕੁਰਸੀ ਤੇ ਬਿਠਾਉਣਗੇ ਲੋਕ, ਉਸ ਦਾ ਫੈਸਲਾ ਅੱਜ ਹੋ ਰਿਹਾ ਹੈ ਤੇ ਨਤੀਜੇ 26 ਜੂਨ ਨੂੰ ਆਉਣਗੇ। ਬਿਲਕੁਲ, ਇੱਕ ਵਾਰ ਜੇਕਰ ਉਮੀਦਵਾਰਾਂ ਦਾ ਜ਼ਿਕਰ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਇਸ ਵੇਲੇ ਜੋ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ, ਤਾਂ ਉਹਨਾਂ ਦੇ ਬਿਲਕੁਲ ਨਵੇਂ ਉਮੀਦਵਾਰ ਚਿਹਰਾ ਹੈ, ਯਾਨੀ ਕਿ ਗੁਰਮੇਲ ਸਿੰਘ। ਇਸ ਤੋਂ ਪਹਿਲਾਂ ਕੋਈ ਜਾਣੂ ਨਹੀਂ ਸੀ। ਹਾਲਾਂਕਿ ਪਾਰਟੀ ਦੇ ਵਿੱਚ ਸਰਪੰਚ ਰਹੇ ਨੇ, ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਰਹੇ ਨੇ, ਪਰ ਇੱਕ ਖਾਸ ਤੌਰ ਤੇ ਤਾਂ ਵੀ ਅਹਿਮ ਹੈ ਕਿਉਂਕਿ ਭਗਵੰਤ ਮਾਨ ਔਰਾਂ ਦੀ ਇਹ ਸੀਟ ਸੀਗੀ ਤਾਂ ਆਮ ਆਦਮੀ ਪਾਰਟੀ ਇਸ ਵੇਲੇ ਸੱਤਾ ਦੇ ਵਿੱਚ ਵੀ ਹੈ। ਇਸ ਤੋਂ ਇਲਾਵਾ ਜੇਕਰ ਦੂਸਰੇ ਉਮੀਦਵਾਰ ਦਾ ਜ਼ਿਕਰ ਕਰਦੇ ਹਾਂ, ਦਲਵੀਰ ਗੋਲਡੀ ਯੰਗ ਚਿਹਰਾ ਨੇ ਔਰ ਖਾਸ ਤੌਰ ਤੇ ਉਹਨਾਂ ਦੇ ਵੱਲੋਂ ਜਿਹੜਾ ਹੈ ਪਹਿਲਾਂ ਵੀ ਚੋਣ ਲੜੀ ਗਈ ਸੀ, ਤਾਂ ਹੁਣ ਵੇਖਣਾ ਹੋਏਗਾ ਕਿ ਆਖਰਕਾਰ ਕਿੰਨਾ ਕੁ ਉਹਨਾਂ ਦੇ ਵੱਲੋਂ ਲੋਕਾਂ ਦੇ ਦਿਲਾਂ ਤੱਕ ਪਹੁੰਚ ਕੀਤੀ ਜਾਂਦੀ ਹੈ। ਤਾਂ ਬਾਕੀ ਹੋਰ ਉਮੀਦਵਾਰਾਂ ਦੀ ਵੀ ਚਰਚਾ ਜ਼ਰੂਰ ਕਰਾਂਗੇ। ਅਰਸ਼, ਫਿਲਹਾਲ ਇੱਕ ਬ੍ਰੇਕ ਦੇ ਲਈ ਰੁਕ ਲੈਂਦੇ ਹਾਂ। ਬਿਲਕੁਲ, ਤਾਂ ਮਹਾ ਕਵਰੇਜ ਲਗਾਤਾਰ ਨਿਊਜ਼ 18 ਪੰਜਾਬ ਦੇ ਉੱਤੇ ਜਾਰੀ ਹੈ। ਬਣੇ ਰਹਿਣਾ ਨਿਊਜ਼ 18 ਪੰਜਾਬ ਦੇ ਨਾਲ। ਇੱਕ ਬ੍ਰੇਕ ਤੋਂ ਬਾਅਦ ਹਾਜ਼ਰ ਹੋਣੇ।